ਮਾਵਾਂ ਹੋਣ ਪਿਤਾ ਦੀਆਂ ਦੋ ਬੱਚੇ ਹੈ ਨਾ, ਤਾਂ ਪਿਤਾ ਵੈਸੇ ਹੀ ਬੇਫਿਕਰ ਹੋ ਜਾਂਦਾ ਕਿ ਮੇਰੇ ਦੋ ਬੱਚੇ ਹੈਗੇ ਨੇ, ਵੈਸੇ ਹੀ ਮੈਨੂੰ ਇਹਨਾਂ ਨੇ ਸੰਭਾਲ ਲੈਣਾ। ਪਰ ਉਹ ਵਕਤ ਜਦੋਂ ਉਹਨਾਂ ਨੂੰ ਸੰਭਾਲਿਆ, ਉਹ ਆਖਰੀ ਵਕਤ ਜਦੋਂ ਤੁਸੀਂ ਕੱਲੀ ਕੱਲੀ ਚੀਜ਼ ਦੇਖੀ ਹੈ, ਜਦੋਂ ਮਸ਼ੀਨਾਂ ਤੇ ਵੀ ਅੱਖ ਰਹੀ ਹੈ, ਪਿਤਾ ਤੇ ਵੀ ਅੱਖ ਰਹੀ ਹੈ, ਟੀਕੇ ਲੱਗ ਰਹੇ ਸੀ, ਉਹ ਵੀ ਸਭ ਧਿਆਨ 'ਚ ਰਹਿੰਦਾ ਸੀ, ਉਹ ਸਮਾਂ ਕਿੱਦਾਂ ਕੱਟਿਆ ਸੀ? ਉਹ ਸੈਕਿੰਡਸ 'ਚ ਹੀ ਹੋ ਗਿਆ ਮੇਰੇ ਸਾਹਮਣੇ ਕੰਮ ਸਾਰਾ ਜੋ ਹੋਣਾ ਸੀਗਾ, ਬਿਕਾਜ਼ ਆਈ ਵਾਸ ਜਸਟ ਟਰਾਈਂਗ ਟੂ ਪ੍ਰੀਪੇਅਰ ਮਾਈ ਸੈਲਫ। ਇੰਨੀ ਦੇਰ ਨੂੰ ਸਾਰਾ ਕੁਝ ਹੋ ਚੁੱਕਿਆ ਸੀ। ਜਦੋਂ ਤੁਸੀਂ ਆਪਣੇ ਪਿਤਾ ਦੇ ਕੋਲ ਰਹੇ ਹੋ ਆਖਰੀ ਸਮੇਂ ਦੇ ਵਿੱਚ, ਤਾਂ ਕੋਈ ਗੱਲਾਂ ਅਜਿਹੀਆਂ ਜਿਹੜੀਆਂ ਉਸ ਵੇਲੇ ਸਾਂਝੀਆਂ ਕੀਤੀਆਂ ਹੋਣ? ਵੀ ਨੈਵਰ ਟਾਕਡ ਲਾਈਕ ਇਟ ਵਾਸ ਅ ਲਾਸਟ ਟਾਈਮ। ਅਸੀਂ ਬਹੁਤ ਨਾਰਮਲ ਕਨਵਰਸੇਸ਼ਨ ਚੱਲ ਰਹੀਆਂ ਸੀ, ਬਿਕਾਜ਼ ਸਾਨੂੰ ਐਂਡ ਟਾਈਮ ਤੱਕ ਇਹ ਹੋਪ ਸੀ, ਇਵਨ ਡਾਕਟਰਸ ਨੂੰ ਵੀ ਐਂਡ ਟਾਈਮ ਤੱਕ ਹੋਪ ਸੀ ਵੀ ਹੀ ਮਾਈਟ ਰਿਕਵਰ ਫਰਮ ਦਿਸ। ਦੇ ਵਰ ਵੈਰੀ ਹੋਮਲੀ, ਵੈਰੀ ਨਾਰਮਲ, ਵੈਰੀ ਹੰਬਲ ਕਿ ਡੈਡ ਆਪਾਂ ਹੁਣ ਇੱਦਾਂ ਆਹ ਚੀਜ਼ ਇੱਦਾਂ। ਉਹ ਮੈਨੂੰ ਸਮਝਾਉਂਦੇ ਹੀ ਰਹੇ, ਬੇਟਾ ਹੁਣ ਆਪਾਂ ਆਹ ਚੀਜ਼ ਇੱਦਾਂ ਕਰ ਲਈਏ, ਇਹਨੂੰ ਇੱਦਾਂ ਕਰ ਲਈਏ। ਹਾਂਜੀ ਡੈਡ, ਜਿਵੇਂ ਤੁਸੀਂ ਕਹਿਣਾ ਉਵੇਂ ਹੀ ਹੋਣਾ, ਤਾਂ ਆਪਾਂ ਆਹ ਕਰ ਲੈਂਦੇ ਹਾਂ। ਤੁਸੀਂ ਦੇਖੋ, ਆਪਾਂ ਤੁਹਾਡਾ ਡਿਸੀਜਨ ਹੈ, ਤੁਸੀਂ ਕੀ ਕਰਨਾ, ਤੁਹਾਡੀ ਮਰਜ਼ੀ ਚੱਲਣੀ। ਸੋ it was not expected even by him that he was going to go. He was very much prepared that he's going to get fine and go back home. ਕਿਸਾਨ ਧਰਨਿਆਂ ਤੇ ਮੈਂ ਵੀ ਆਫ ਦਾ ਰਿਕਾਰਡ ਸਵਾਲ ਪੁੱਛਿਆ ਸੀ ਕਿ ਸਰ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ, ਬਿਮਾਰ ਰਹਿੰਦੇ ਹੋ, ਨੂਰੀ ਮੈਮ ਦੇ ਸੈਲਸ ਕੱਟੇ ਹੋਏ ਸੀ, ਤੁਹਾਨੂੰ ਰੈਸਟ ਕਰਨੀ ਚਾਹੀਦੀ ਸੀਗੀ। ਤਾਂ ਉਹ ਕਹਿੰਦੇ ਕਿ ਮੈਨੂੰ ਇੱਥੇ ਲੱਗਿਆ ਕਿ ਮੇਰੀ ਜ਼ਿੰਮੇਵਾਰੀ ਜਿਹੜੀ ਬਣਦੀ ਉਹ ਪੂਰੀ ਕਰਨੀ ਜ਼ਿਆਦਾ ਜ਼ਰੂਰੀ ਹੈ, ਐਂਡ ਹੀ ਡਿਡਨਟ ਰਿਗਰੈਟ ਅ ਮੋਮੈਂਟ ਆਫ ਇਟ। ਕਹਿੰਦੇ ਜਿੱਥੇ ਮੈਂ ਕੰਮ ਆ ਸਕਿਆ, ਕਹਿੰਦੇ ਹੁਣ ਵੀ ਚਲੋ ਜੇ ਮੇਰੀ ਲੋੜ ਪੈਂਦੀ ਹੈ ਕਿਤੇ। ਸੰਗੀਤ ਦੇ ਨਾਲ ਉਹਨਾਂ ਦਾ ਪਿਆਰ ਇਸ ਕਦਰ ਦਿਖ ਰਿਹਾ ਸੀ ਕਿ ਆਪਣੇ ਬੱਚਿਆਂ ਦਾ ਨਾਮ ਵੀ ਸਾਰੰਗ ਤੇ ਅਲਾਪ ਰੱਖਿਆ। ਸਾਰੇ ਰਿਸ਼ਤੇਦਾਰਾਂ ਨੇ ਨਹੀਂ ਜੀ ਆਹ ਰੱਖਣਾ, ਨਹੀਂ ਜੀ ਆਹ ਰੱਖਣਾ, ਹੈ ਨਾ। ਡੈਡ ਕਹਿੰਦੇ ਆਈ ਵਾਂਟ ਨਾਨ ਬਾਇਸ ਨੇਮਸ, ਜਿਹੜੇ ਇਹ ਰਿਪਰੈਜ਼ੈਂਟ ਕਰਨ ਕਿ ਇਹ ਮੇਰੇ ਬੱਚੇ ਹੈ। ਤੇ ਕੱਲ੍ਹ ਨੂੰ ਇਹ ਜੇ ਮਿਊਜ਼ਿਕ ਤੋਂ ਪਰੇ ਰਹੇ, ਇਹਨਾਂ ਦਾ ਨਾਮ ਮੈਨੂੰ ਯਾਦ ਹੋਊ, ਇਹਨਾਂ ਨੂੰ ਨਾਮ ਦੀ ਸ਼ਰਮ ਹੋਊਗੀ ਵੀ ਸਾਡਾ ਨਾਮ ਯਾਰ ਬਾਪ ਨੇ ਆਹ ਰੱਖਿਆ, ਮਾਂ ਨੇ ਆਹ ਰੱਖਿਆ, ਤੇ ਲਾਈਕ ਅਸੀਂ ਕਿਹੜੇ ਕੰਮਾਂ ਵੱਲ ਤੁਰੇ ਹੋਏ ਹਾਂ। ਸੋ 13 ਸਾਲ ਦੀ ਉਮਰ ਦੇ ਵਿੱਚ ਕੀਰਤਨ ਕਰਨੇ ਸ਼ੁਰੂ ਕਰ ਦਿੱਤੇ ਸੀ, ਆਨੰਦ ਕਾਰਜ ਕਰਵਾਉਂਦੇ ਹੁੰਦੇ ਸੀ। ਉਹਨਾਂ ਨੇ ਉਹ ਸਮਾਂ ਵੀ ਦੇਖਿਆ ਜਦੋਂ 3 ਦਿਨ ਦੇ 7.5 ਰੁਪਏ ਮਿਲਦੇ ਹੁੰਦੇ ਸੀ। ਬਿਲਕੁਲ। ਅੱਜ ਉਹ ਚੀਜ਼ਾਂ ਯਾਦ ਕਰਦੇ ਹਾਂ ਤਾਂ ਅਸੀਂ ਇਹ ਸੋਚੀ ਜਾਂਦੇ ਹਾਂ ਕਿ ਕਿੰਨੇ ਹੰਬਲ ਗਰਾਊਂਡਸ ਤੋਂ ਉੱਠ ਕੇ ਕਿੱਥੇ ਪਹੁੰਚੇ ਅਸੀਂ ਤਾਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਜਿੱਥੇ ਅਸੀਂ ਜਿੰਨੀ ਲਗਜ਼ਰੀ 'ਚ ਬੈਠੇ ਹਾਂ, ਅਸੀਂ ਕਿਤੇ ਹੋਰ ਉੱਠ ਕੇ ਜਾ ਵੀ ਸਕਦੇ। ਸਾਈਕਲ ਤੇ ਬੈਠ ਕੇ ਕੀਰਤਨ ਕਰ, ਮਤਲਬ ਉਹ ਸਾਈਕਲ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਵੀ ਗਿਰ ਗਿਆ, ਸੱਟ ਵੱਜੀ, ਉਹ ਸਾਈਕਲ ਦੀ ਪੂਰੀ ਜਿਹੜੀ ਪੈਡਲ ਦੀ ਕਿੱਲ ਹੁੰਦੀ ਸੀ, ਉਹ ਮਤਲਬ ਪੈਰ ਦੇ ਵਿੱਚੋਂ ਦੀ ਲੰਘ ਚੁੱਕੀ ਸੀ। ਮਤਲਬ ਉਹ ਦੈਟ ਕਿੱਥੇ ਅੱਜ ਬੰਦਾ ਉਹ ਚੀਜ਼ਾਂ ਯਾਦ ਕਰ ਸਕਦਾ ਜੀ, ਜਾਂ ਕਿਸੇ ਬੰਦੇ ਨਾਲ ਅੱਜ ਕਿੱਥੇ ਹੋ ਸਕਦੀਆਂ ਨੇ ਚੀਜ਼ਾਂ। ਇਹੀ ਸਿਖਾਉਂਦੇ ਰਹਿ ਗਏ ਸਾਰੀ ਉਮਰ ਕਿ ਬੇਟਾ ਬੰਦੇ ਕਮਾਓ, ਦੈਟ ਇਜ਼ ਦ ਮੋਸਟ ਪ੍ਰੈਸ਼ੀਅਸ। ਜੇ ਤੁਸੀਂ ਬੰਦੇ ਕਮਾ ਲਏ, ਇੱਜ਼ਤ ਆਪ ਹੀ ਦੇਣਗੇ ਜੀ ਉਹ। ਤੁਸੀਂ ਬੰਦਿਆਂ ਨੂੰ ਫੇਕ ਤਰੀਕੇ ਨਾਲ ਨਹੀਂ ਕਮਾ ਸਕਦੇ, ਤੁਸੀਂ ਉਹਨਾਂ ਨੂੰ ਝੂਠੇ ਦਿਲਾਸੇ, ਝੂਠੀਆਂ ਤਾਰੀਫਾਂ ਕਰਕੇ ਨਹੀਂ ਕਮਾ ਸਕਦੇ। ਤੁਹਾਨੂੰ ਦਿਲ ਜਿੱਤਣੇ ਪੈਂਦੇ ਆ, ਐਂਡ ਦਿਲ ਤੁਸੀਂ ਕਦੇ ਵੀ ਝੂਠੇ ਹੋ ਕੇ ਨਹੀਂ ਜਿੱਤ ਸਕਦੇ ਕਿਸੇ ਦਾ। ਯੂ ਹੈਵ ਟੂ ਬੀ ਰੀਅਲ, ਐਂਡ ਜੇ ਤੁਸੀਂ ਸੱਚੇ ਹੋ ਅਤੇ ਤੁਸੀਂ ਕਿਸੇ ਦੇ ਦਿਲ ਨੂੰ ਸੱਚੇ ਸੁੱਚੇ ਹੋ ਕੇ ਭਾ ਗਏ, ਤਾਂ ਹੀ ਤੁਸੀਂ ਉਹਦਾ ਦਿਲ ਜਿੱਤ ਸਕਦੇ ਹੋ। ਉਵੇਂ ਮਨ ਨੂੰ ਧਰਵਾਸ ਤਾਂ ਹੁੰਦਾ ਹੈ ਕਿ ਚਲੋ ਉਹਨਾਂ ਦੀ ਰੂਹ ਨੂੰ ਸ਼ਾਂਤੀ ਹੈ, ਬਟ ਸਾਡੀ ਕਮੀ ਨਹੀਂ ਨਾ ਪੂਰੀ ਹੋ ਰਹੀ ਉਹਨਾਂ ਚੀਜ਼ਾਂ ਨਾਲ। ਅਤੇ ਉਹ ਹਲਕਾ ਜਿਹਾ ਵੀ ਕਿਤੇ ਮਾਤਾ ਨੂੰ, ਮੇਰੀ ਮਾਤਾ ਨੂੰ ਕਿ ਮਾੜਾ ਮੋਟਾ ਇੱਥੇ ਹਲਕਾ ਜਿਹਾ ਇਹਨਾਂ ਨੂੰ ਵੀ ਐਂ ਹੁੰਦਾ ਕਿ ਠੀਕ ਹੈ, ਫਿਰ ਕੋਈ ਐਸੀ ਗੱਲ ਯਾਦ ਆਉਂਦੀ ਹੈ ਜਿਹੜੀ ਤੀਰ ਵਾਂਗੂ ਵੱਜਦੀ ਹੈ ਸੀਨੇ 'ਚ ਜਾ ਕੇ। ਸੋ ਮੈਂ ਤਾਂ ਹਰ ਪਾਸੇ ਇਹੀ ਕਹਿ ਰਿਹਾ ਕਿ ਉਹਨਾਂ ਦਾ ਤਾਂ ਪਿਆਰ ਹੀ ਐਗਜ਼ਾਮਪਲਰੀ ਪਿਆਰ ਸੀਗਾ। ਐਗਜ਼ਾਮਪਲਾਂ ਦਿੰਦੀ ਹੈ ਦੁਨੀਆ ਅੱਜ ਵੀ, ਦੁਆਵਾਂ ਦਿੰਦੀਆਂ ਹੁੰਦੀਆਂ ਤਾਂ ਇਹ ਕਹਿੰਦੀ ਵੀ ਤੇਰੀ ਜੋੜੀ ਸਰਦੂਲ ਨੂਰੀ ਵਰਗੀ ਹੋਵੇ। ਮਤਲਬ ਜਦੋਂ ਗੱਡੀ ਐਂਟਰ ਹੁੰਦੀ ਸੀ ਪਿੰਡ ਦੇ ਵਿੱਚ, ਤਾਂ ਸਰਦੂਲ ਜੀ ਜੇ ਕਿਸੇ ਨੂੰ ਖੜਾ ਦੇਖ ਲੈਂਦੇ ਸੀ ਜਾਂ ਪੈਦਲ ਜਾਂਦਾ ਘਰ ਦੇਖ ਲੈਂਦੇ ਸੀ, ਗੱਡੀ ਰੋਕ ਕੇ ਉਹਨੂੰ ਬਿਠਾਉਣਾ ਤੇ ਘਰੇ ਛੱਡ ਕੇ ਆਉਣਾ। ਇਹੋ ਜਿਹੀਆਂ ਸ਼ਖਸੀਅਤਾਂ ਕਿੱਥੇ ਮਿਲਣੀਆਂ ਨੇ ਸਰ? ਮੈਨੂੰ ਨਹੀਂ ਲੱਗਦਾ ਜੀ ਕਿਤੇ ਮਿਲਣਗੀਆਂ, ਇਹ ਐਰਾ ਹੀ ਖਤਮ ਹੋ ਗਿਆ। ਤੁਹਾਡੇ ਵਰਗੇ ਜ਼ਿੰਮੇਵਾਰ ਜਿਹੜੇ ਬੱਚੇ ਨੇ, ਮੈਨੂੰ ਨਹੀਂ ਲੱਗਦਾ ਕਿ ਕਦੀ ਆਪਣੇ ਜ਼ਿਹਨ 'ਚੋਂ ਇਹ ਕੱਢਣਗੇ ਕਿ ਮੈਂ ਆਪਣੇ ਪਿਤਾ ਦੀ ਲੈਗੇਸੀ ਨੂੰ, ਇਸ ਪ੍ਰੋਪਰਟੀ ਨੂੰ, ਇਹ ਖਜ਼ਾਨਾ ਹੈ ਜਿਹੜਾ ਉਹ ਤੁਹਾਨੂੰ ਸੌਂਪ ਕੇ ਗਏ ਨੇ, ਇਸ ਨੂੰ ਲੋਕਾਂ ਤੱਕ ਪਹੁੰਚਾਉਣਾ। ਦੇਖੋ ਮੈਂ ਇਕੱਲਾ ਨਹੀਂ ਕਰ ਸਕਦਾ, ਬਿਲਕੁਲ ਵੀ ਨਹੀਂ ਕਰ ਸਕਦਾ। ਸਾਰੰਗ ਤੇ ਮੈਂ ਕਦੇ ਵੀ ਨਹੀਂ ਕਰ ਸਕਦਾ ਇਕੱਲੇ। ਇਹ ਜਿੰਨੀ ਇਹਨਾਂ ਦੀ ਸਪੋਰਟ ਆ ਸਭ ਦੀ, ਜਿੰਨਾ ਇਹਨਾਂ ਦਾ ਪਿਆਰ ਹੈ, ਜਿੰਨਾ ਸਾਰਿਆਂ ਦਾ ਹੌਸਲਾ ਸਾਡੇ ਨਾਲ, ਇਹੀ ਕਰਾ ਦੇਣਗੇ। ਤੁਸੀਂ ਸਾਰੇ ਕਰਾ ਲਓਗੇ, ਅਸੀਂ ਕਰ ਲਾਂਗੇ, ਸਾਡੇ ਇਕੱਲੇ ਤੋਂ ਤਾਂ ਹੋਣਾ ਨਹੀਂ। ਬਚਪਨ ਜ਼ਿਆਦਾ ਯਾਦ ਆਉਂਦਾ ਹੈ ਜਦੋਂ ਪਿਤਾ ਨੇ ਤੁਰਨਾ ਸਿਖਾਇਆ ਸੀ ਉਂਗਲ ਫੜ ਕੇ, ਜਦੋਂ ਡਿੱਗੇ ਹੋ ਚੁੱਕਿਆ। ਗੱਲਾਂ ਭੁੱਲ ਹੀ ਨਹੀਂ ਸਕਦੇ, ਤੁਹਾਨੂੰ ਦੱਸਿਆ ਮੈਂ ਵੀ ਮੈਮਰੀ ਤਾਂ ਕੋਈ ਵੀ ਨਹੀਂ ਭੁੱਲ ਸਕਦੇ। ਮਤਲਬ ਕੋਈ ਐਸੀ ਮੈਮਰੀ ਹੈ ਹੀ ਨਹੀਂ ਜਿਹਨੂੰ ਮੈਂ ਕਹਾਂ ਵੀ ਹਾਂ ਐਡੀ ਆਹ ਖਾਸ ਨਹੀਂ, ਆਹ ਖਾਸ। ਇੱਦਾਂ ਤਾਂ ਕਦੇ ਵੀ ਕੋਈ ਐਸਾ ਮੰਜ਼ਰ ਨਹੀਂ ਸੀ ਜਿੱਥੇ ਜਿਹੜੀ ਮਤਲਬ ਐਸੀ ਕੋਈ ਹੈ ਹੀ ਨਹੀਂ ਮੈਮਰੀ ਜਿਹੜੀ ਭੁੱਲਣ ਵਾਲੀ ਹੋਵੇ। ਸਿਆਣੇ ਅਕਸਰ ਕਹਿੰਦੇ ਨੇ ਕਿ ਜ਼ਿੰਦਗੀ ਇੱਕ ਮਿੱਠਾ ਝੂਠ ਹੈ ਤੇ ਮੌਤ ਇੱਕ ਕੌੜਾ ਸੱਚ ਹੈ।
ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਕੁਝ ਦਿਨ ਪਹਿਲਾਂ ਸੰਗੀਤ ਜਗਤ ਨੂੰ ਤੁਹਾਨੂੰ ਇੱਕ ਬੜਾ ਵੱਡਾ ਘਾਟਾ ਪਿਆ, ਉਹ ਘਾਟਾ ਜੋ ਕਦੇ ਪੂਰਾ ਨਹੀਂ ਹੋ ਸਕਦਾ। ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਜੀ ਦਾ ਸਦਾ ਦੇ ਲਈ ਤੁਰ ਜਾਣਾ, ਸਾਨੂੰ ਇੱਕ ਐਡਾ ਵੱਡਾ ਵਿਛੋੜਾ ਦੇ ਜਾਣਾ। ਹਾਲਾਂਕਿ ਇਸ ਨੂੰ ਹਲੇ ਵੀ ਅਸੀਂ ਐਕਸੈਪਟ ਨਹੀਂ ਕਰ ਪਾ ਰਹੇ। ਪਰਿਵਾਰ ਦਾ ਕੀ ਹਾਲ ਹੋਣਾ ਹੈ ਸ਼ਾਇਦ ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਜਿਸ ਤਰ੍ਹਾਂ ਸਿਆਣੇ ਕਹਿੰਦੇ ਨੇ, ਜਿਸ ਤਨ ਲਾਗੇ ਉਹੀ ਜਾਣੇ। ਮੇਰੇ ਨਾਲ ਸਰਦੂਲ ਸਿਕੰਦਰ ਜੀ ਦਾ ਛੋਟਾ ਬੇਟਾ ਆਲਾਪ ਮੌਜੂਦ ਹੈ। ਆਲਾਪ ਮੈਂਟਲੀ ਬਹੁਤ ਸਟਰੋਂਗ ਹੈ। ਆਲਾਪ ਨੇ ਇਸ ਵੇਲੇ ਆਪਣੇ ਪਰਿਵਾਰ ਨੂੰ ਜਿਸ ਤਰ੍ਹਾਂ ਸੰਭਾਲਿਆ ਹੈ, ਪਰਮਾਤਮਾ ਇਹਨਾਂ ਨੂੰ ਹੋਰ ਹਿੰਮਤ ਦੇਵੇ। ਸੋ ਮਚ ਜੀ, ਥੈਂਕ ਯੂ ਸੋ ਮਚ। ਇਟਸ ਬਿਨ ਟਫ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਬਟ ਜਿਵੇਂ ਆਪਾਂ ਗੱਲ ਕਰ ਰਹੇ ਸੀ, ਸਮਬਡੀ ਨੀਡਸ ਟੂ ਸਟੇ ਸਟਰੋਂਗ। ਕਿਸੇ ਇੱਕ ਅੱਧੇ ਬੰਦੇ ਦੀ ਜ਼ਿੰਮੇਵਾਰੀ ਲੱਗ ਜਾਂਦੀ ਹੈ ਤੇ ਉਹ ਅਨਫੋਰਚੂਨੇਟਲੀ ਐਜ਼ ਸੈਡ ਐਜ਼ ਦਿਸ ਟਰੂਥ ਇਜ਼, ਉਹ ਜ਼ਿੰਮੇਵਾਰੀ ਮੇਰੇ ਤੇ ਪੈ ਗਈ ਹੈ ਜੀ। ਸੋ ਆਈ ਐਮ ਜਸਟ ਟਰਾਈਂਗ ਕਿ ਇਹ ਨਿਭਾ ਸਕਾਂ। ਐਟਲੀਸਟ ਉਹਨਾਂ ਨੂੰ ਜਿੱਥੇ ਵੀ ਡੈਡ ਬੈਠੇ ਉਹਨਾਂ ਨੂੰ ਪੀਸ ਤਾਂ ਹੋਊਗਾ ਵੀ ਐਟਲੀਸਟ ਲਾਪ ਇਜ਼ ਟੇਕਿੰਗ ਕੇਅਰ ਆਫ ਐਵਰੀਥਿੰਗ। ਜਦੋਂ ਦੋ ਬਾਵਾਂ ਹੋਣ ਪਿਤਾ ਦੀਆਂ, ਦੋ ਬੱਚੇ ਹੈ ਨਾ, ਤਾਂ ਪਿਤਾ ਵੈਸੇ ਹੀ ਬੇਫਿਕਰ ਹੋ ਜਾਂਦਾ ਕਿ ਮੇਰੇ ਦੋ ਬੱਚੇ ਹੈਗੇ ਨੇ, ਵੈਸੇ ਹੀ ਮੈਨੂੰ ਇਹਨਾਂ ਨੇ ਸੰਭਾਲ ਲੈਣਾ ਹੈ। ਪਰ ਉਹ ਵਕਤ ਜਦੋਂ ਉਹਨਾਂ ਨੂੰ ਸੰਭਾਲਿਆ, ਉਹ ਆਖਰੀ ਵਕਤ ਜਦੋਂ ਤੁਸੀਂ ਕੱਲੀ ਕੱਲੀ ਚੀਜ਼ ਦੇਖੀ ਹੈ, ਜਦੋਂ ਮਸ਼ੀਨਾਂ ਤੇ ਵੀ ਅੱਖ ਰਹੀ ਹੈ, ਪਿਤਾ ਤੇ ਵੀ ਅੱਖ ਰਹੀ ਹੈ, ਟੀਕੇ ਲੱਗ ਰਹੇ ਸੀ, ਉਹ ਵੀ ਸਭ ਧਿਆਨ 'ਚ ਰਹਿੰਦਾ ਸੀ। ਉਹ ਸਮਾਂ ਕਿੱਦਾਂ ਕੱਟਿਆ ਸੀ? ਉਹ ਸੈਕਿੰਡਸ 'ਚ ਹੀ ਹੋ ਗਿਆ ਮੇਰੇ ਸਾਹਮਣੇ ਕੰਮ ਸਾਰਾ ਜੋ ਹੋਣਾ ਸੀਗਾ, ਬਿਕਾਜ਼ ਆਈ ਵਾਜ਼ ਜਸਟ ਟਰਾਈਂਗ ਟੂ ਪ੍ਰੀਪੇਅਰ ਮਾਈ ਸੈਲਫ। ਇੰਨੀ ਦੇਰ ਨੂੰ ਸਾਰਾ ਕੁਝ ਹੋ ਚੁੱਕਿਆ ਸੀ ਐਂਡ ਆਈ ਸੌ ਦੈਟ ਕਿ ਡਾਕਟਰਸ ਕਹਿ ਰਹੇ ਆ, ਨਰਸਿਸ ਟਰਾਈ ਕਰ ਰਹੇ ਆ, ਜਿੰਨੇ ਸਟਾਫ ਸੀਗਾ ਉਹ ਕੋਸ਼ਿਸ਼ ਕਰ ਰਿਹਾ ਹੈ, ਕੋਈ ਐਡਰਨਲਿਨ ਦੇ ਰਿਹਾ, ਕੋਈ CPR ਕਰ ਰਿਹਾ, ਕੋਈ ਸ਼ੌਕਸ ਦੇ ਰਹੇ ਨੇ, ਜੋ ਉਹਨਾਂ ਤੋਂ ਹੋ ਸਕਦਾ ਸੀ ਉਹ ਕਰ ਰਹੇ ਸੀਗੇ, ਬਿਕਾਜ਼ ਦੇ ਵਰ ਗਿਵਿੰਗ ਦੇਅਰ 200%। ਅਨਫੋਰਚੂਨੇਟਲੀ ਉਹ ਮੈਨੂੰ, ਜਿਵੇਂ ਮੈਂ ਕਿਹਾ, ਵਿਟਨੈਸ ਕਰਨਾ ਪੈ ਗਿਆ। ਤੇ ਉਹ ਬਸ ਸੈਕਿੰਡਸ ਦੇ ਵਿੱਚ ਹੀ ਮੇਰੇ ਸਾਹਮਣੇ ਸਾਰਾ ਕੁਝ, ਮਤਲਬ ਜਿਵੇਂ ਇੱਕ ਆਪਾਂ ਕੀ ਮਿਆਰ ਲਾ ਸਕਦੇ ਹਾਂ ਕਿਸੇ ਦੀ ਸੈਕਿੰਡਸ ਦੇ ਵਿੱਚ ਤੁਹਾਡੇ ਸਾਹਮਣੇ ਦੁਨੀਆ ਉਜੜਦੀ ਹੋਵੇ, ਕੀ ਕਰ ਸਕਦਾ ਬੰਦਾ ਉੱਥੇ? ਉਸ ਜਗ੍ਹਾ 'ਤੇ, ਉਸ ਮੂਮੈਂਟ 'ਤੇ, ਉਸ ਸੈਕਿੰਡ ਦੇ ਵਿੱਚ ਬੰਦਾ ਕੀ ਕਹਿ ਸਕਦਾ, ਕੀ ਉਹ ਆਪਣੀ ਆਵਾਜ਼ ਚਲਾ ਸਕਦਾ? ਸੋ ਆਈ ਡੋਂਟ ਥਿੰਕ ਐਨੀ ਅਦਰ ਵਰਡ ਕੈਨ ਐਕਸਪਲੇਨ ਮਾਈ ਸਿਚੁਏਸ਼ਨ ਮੋਰ ਦੈਨ ਬੀਇੰਗ ਹੈਲਪਲੈਸ। ਆਲਾਪ, ਕੋਈ ਜਦੋਂ ਤੁਸੀਂ ਆਪਣੇ ਪਿਤਾ ਦੇ ਕੋਲ ਰਹੇ ਹੋ ਆਖਰੀ ਸਮੇਂ ਦੇ ਵਿੱਚ, ਤਾਂ ਕੋਈ ਗੱਲਾਂ ਅਜਿਹੀਆਂ ਜਿਹੜੀਆਂ ਉਸ ਵੇਲੇ ਸਾਂਝੀਆਂ ਕੀਤੀਆਂ ਹੋਣ? ਵੀ ਨੈਵਰ ਟਾਕਡ ਲਾਈਕ ਇਟ ਵਾਜ਼ ਅ ਲਾਸਟ ਟਾਈਮ। ਅਸੀਂ ਬਹੁਤ ਨੋਰਮਲ ਕਨਵਰਸੇਸ਼ਨ ਚੱਲ ਰਹੀਆਂ ਸੀ, ਬਿਕਾਜ਼ ਸਾਨੂੰ ਐਂਡ ਟਾਈਮ ਤੱਕ ਇਹ ਹੋਪ ਸੀ, ਇਵਨ ਡਾਕਟਰਸ ਨੂੰ ਵੀ ਐਂਡ ਟਾਈਮ ਤੱਕ ਹੋਪ ਸੀ ਵੀ ਹੀ ਮਾਈਟ ਰਿਕਵਰ ਫਰਮ ਦਿਸ, ਬਿਕਾਜ਼ ਦੇਰ ਵਾਜ਼ ਅ ਟਾਈਮ ਜਦੋਂ ਸਾਡਾ ਡਿਸਚਾਰਜ ਤੱਕ ਪਲਾਨ ਹੋ ਗਿਆ ਸੀ ਡੈਡ ਦਾ, ਕਿ ਹੈ ਨਾ, ਤੇ ਹੀ ਹੈਡ ਰਿਕਵਰਡ ਫਰਮ ਆਲ ਇਨਫੈਕਸ਼ਨਸ। ਜਿਵੇਂ ਮੈਂ ਤੁਹਾਨੂੰ ਦੱਸ ਹੀ ਰਿਹਾ ਸੀ ਕਿ ਪਹਿਲਾਂ ਸਟਾਰਟਿੰਗ 'ਚ ਕੋਵਿਡ ਹੋਇਆ, ਫਿਰ ਕੋਵਿਡ ਵੀ ਨੈਗੇਟਿਵ ਸੀਗਾ। ਇਨ ਜਨਵਰੀ ਫਸਟ ਵੀਕ ਤੋਂ ਕੋਵਿਡ ਨੈਗੇਟਿਵ ਸੀ। ਉਹ ਤੋਂ ਬਾਅਦ ਇਵਨ ਕਿ ਟਿਲ ਹਿਸ ਡੈਥ ਟਾਈਮ ਕੋਵਿਡ ਵਾਜ਼ ਨੈਗੇਟਿਵ। ਬਸ ਥੋੜ੍ਹੀਆਂ ਉਹੀ ਕੰਪਲੀਕੇਸ਼ਨਸ ਹੀ ਸੀਗੀਆਂ ਜਿਹੜੀਆਂ ਉਹਨਾਂ ਦੀ ਚੈਸਟ ਰਿਕੁਆਇਰਮੈਂਟ ਨਹੀਂ ਪੂਰੀ ਹੋ ਰਹੀ ਸੀ ਆਕਸੀਜਨ ਦੀ, ਹੈ ਨਾ, ਅਤੇ ਉਹਦੇ ਨਾਲ ਫਿਰ ਹੋਰ ਵੀ ਚੀਜ਼ਾਂ ਐਡ ਆਨ ਹੋ ਗਈਆਂ। ਜਿਵੇਂ ਐਜ਼ ਆਈਵ ਬੀਨ ਟੈਲਿੰਗ ਐਵਰੀਬਡੀ ਕਿ ਰੀਨਲ ਟ੍ਰਾਂਸਪਲਾਂਟ ਉਹਨਾਂ ਦਾ ਕੇਸ ਸੀਗਾ। ਟ੍ਰਾਂਸਪਲਾਂਟਡ ਕਿਡਨੀ ਵਾਜ਼ ਵਰਕਿੰਗ ਵੈਰੀ ਵੈਰੀ ਵੈਲ, ਅਤੇ ਮੰਮਾ ਦੀ ਕਿਡਨੀ ਸੀ, ਵਫਾ ਤਾਂ ਕਰਨਾ ਹੀ ਸੀ ਉਹਨੇ, ਅਤੇ ਠੀਕ ਚੱਲ ਰਿਹਾ ਸੀ, ਬਹੁਤ ਅੱਛਾ ਚੱਲ ਰਿਹਾ ਸੀ। ਐਂਡ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਦਵਾਈਆਂ ਦੇ ਕੇ ਤੁਸੀਂ ਇਮਿਊਨਿਟੀ ਘਟਾਈ ਹੋਵੇ ਬੋਡੀ ਦੀ ਤਾਂ ਕਿ ਆਰਗਨ ਰਿਜੈਕਟ ਨਾ ਹੋਵੇ, ਫਿਰ ਤੁਹਾਡੇ ਨਾਲੋਂ, ਮੇਰੇ ਨਾਲੋਂ, ਹਰ ਕਿਸੇ ਨਾਲੋਂ, ਆਮ ਇਨਸਾਨਾਂ ਨਾਲੋਂ ਇਮਿਊਨਿਟੀ ਥੋੜੀ ਵੀਕ ਹੋ ਜਾਂਦੀ, ਥੋੜੀ ਵੀ ਨਹੀਂ, ਬਹੁਤੀ ਵੀਕ ਹੁੰਦੀ ਹੈ। ਸੋ ਐਨੀ ਇਨਫੈਕਸ਼ਨਸ, ਈਵਨ ਦ ਸਪੋਰ ਇਨਫੈਕਸ਼ਨਸ, ਹਵਾ ਦੇ ਵਿੱਚ ਵੀ ਇਨਫੈਕਸ਼ਨਸ ਹੋਵੇ, ਉਹ ਵੀ ਜਲਦੀ ਕੈਚ ਕਰਨ ਦੀ ਉਹਦੇ ਵਿੱਚ ਮਤਲਬ ਸ਼ੰਕਾ ਹੁੰਦੀ ਆ, ਪੇਸ਼ੈਂਟ ਨੂੰ ਡਰ ਹੁੰਦਾ ਇਸ ਗੱਲ ਦਾ। ਸੋ ਕੁਛ ਐਸੀਆਂ ਪਰਟੀਕੂਲਰ ਇਨਫੈਕਸ਼ਨਸ ਸੀਗੀਆਂ, ਜਿਵੇਂ ਕਿ CMV ਇਨਫੈਕਸ਼ਨਸ ਜਾਂ ਫੰਗਲ ਇਨਫੈਕਸ਼ਨਸ ਜਿਹੜੀਆਂ ਨੇ ਉਹ ਵਧਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਬਿਕਾਜ਼ ਉਹ ਇੱਦਾਂ ਦੇ ਪੇਸ਼ੈਂਟ 'ਚ ਹੀ ਹੁੰਦੀਆਂ ਨੇ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੋਵੇ, ਜਾਂ ਤਾਂ ਨੈਚੁਰਲੀ ਆਟੋ ਇਮਿਊਨ ਡਿਜ਼ੀਜ਼ਸ ਕਰਕੇ ਘੱਟ ਹੋਵੇ, ਜਾਂ ਜਿਨ੍ਹਾਂ ਨੂੰ ਤੁਸੀਂ ਮੈਡੀਸਨਸ ਨਾਲ, ਟੈਕਰੋਲਮਸ ਨਾਲ, ਹੈ ਨਾ, ਇਹਨਾਂ ਚੀਜ਼ਾਂ ਨਾਲ ਤੁਸੀਂ ਇਮਿਊਨਿਟੀ ਘਟਾਈ ਹੋਵੇ। ਸੋ ਦੈਟ ਵਾਜ਼ ਦੀ ਓਨਲੀ ਇਸ਼ੂ ਜਿਹਦੇ ਕਰਕੇ ਇਨਫੈਕਸ਼ਨਸ ਦੁਬਾਰਾ ਵਾਪਸ ਆ ਗਈਆਂ, ਠੀਕ ਹੁੰਦੀਆਂ ਦੁਬਾਰਾ ਵਾਪਸ ਆ ਗਈਆਂ। ਸੋ ਐਟ ਦੈਟ ਟਾਈਮ ਆਈ ਡਿਡਨਟ ਐਕਸਪੈਕਟ ਨਾ ਕਿ ਕੀ ਹੋ ਸਕਦਾ। ਉਹ 2-3 ਦਿਨ ਬਹੁਤ ਔਖੇ, ਆਈ ਪ੍ਰੀਪੇਅਰਡ ਮਾਈ ਸੈਲਫ। ਉਹ ਤੋਂ ਪਹਿਲਾਂ ਦੀਆਂ ਕਨਵਰਸੇਸ਼ਨਸ, ਜੇ ਮੈਂ ਤੁਹਾਨੂੰ ਦੱਸਾਂ, ਇਫ ਆਈ ਸ਼ੇਅਰ ਦੈਟ ਵਿਦ ਯੂ, ਦੇ ਵਰ ਵੈਰੀ ਹੋਮਲੀ, ਵੈਰੀ ਨੋਰਮਲ, ਵੈਰੀ ਹੰਬਲ, ਕਿ ਡੈਡ ਆਪਾਂ ਹੁਣ ਇੱਦਾਂ ਆਹ ਚੀਜ਼ ਇੱਦਾਂ। ਉਹ ਮੈਨੂੰ ਸਮਝਾਉਂਦੇ ਹੀ ਰਹੇ, ਬੇਟਾ ਹੁਣ ਆਪਾਂ ਆਹ ਚੀਜ਼ ਇੱਦਾਂ ਕਰ ਲਈਏ, ਇਹਨੂੰ ਇੱਦਾਂ ਕਰ ਲਈਏ। ਹਾਂਜੀ ਡੈਡ, ਜਿਵੇਂ ਤੁਸੀਂ ਕਹਿਣਾ ਉਵੇਂ ਹੀ ਹੋਣਾ, ਤਾਂ ਆਪਾਂ ਆਹ ਕਰ ਲੈਂਦੇ ਹਾਂ। ਤੁਸੀਂ ਦੇਖੋ, ਆਪਾਂ ਤੁਹਾਡਾ ਡਿਸੀਜਨ ਹੈ, ਤੁਸੀਂ ਕੀ ਕਰਨਾ, ਤੁਹਾਡੀ ਮਰਜ਼ੀ ਚੱਲਣੀ। ਸੋ it was not expected even by him that he was going to go. He was very much prepared that he's going to get fine and go back home. But during the last infection spike, ਉਦੋਂ ਥੋੜੀ ਜਿਹੀ ਉਹਨਾਂ ਦੀ ਮੋਰਾਲ ਥੱਲੇ ਗਈ ਹੈ, ਐਂਡ ਓਬਵੀਅਸਲੀ ਸਾਰੀਆਂ ਚੀਜ਼ਾਂ ਫਿਰ ਡਾਊਨ ਟ੍ਰੈਂਡ ਜਾਣ ਲੱਗੀਆਂ ਸੀਗੀਆਂ। ਜਿਹੜੀ ਚੀਜ਼ ਤੋਂ ਡਰਦੇ ਰਹੇ, ਜਿਵੇਂ ਤੁਸੀਂ ਵੀ ਉਹਨਾਂ ਦੇ ਨਾਲ ਕਾਫੀ ਟਾਈਮ ਸਪੈਂਡ ਕੀਤਾ, ਹੈ ਨਾ, ਹਰ ਜਗ੍ਹਾ 'ਤੇ, ਹਰ ਮੂਮੈਂਟ 'ਤੇ, ਅਸੀਂ ਕਹਿੰਦੇ ਰਹਿੰਦੇ ਸੀਗੇ, ਡੈਡ ਥੋੜ੍ਹਾ ਤੁਸੀਂ ਸੇਫ ਚੱਲਿਆ ਕਰੋ, ਯੂ ਆਰ ਪ੍ਰੋਨ ਟੂ ਇਨਫੈਕਸ਼ਨਸ। ਐਂਡ ਹੀ ਵਾਜ਼ ਲਾਈਕ,
ਇਟਸ ਫਾਈਨ। ਜਿਸ ਤਰ੍ਹਾਂ ਕਿਸਾਨ ਧਰਨਿਆਂ ਤੇ ਮੈਂ ਵੀ ਆਫ ਦਾ ਰਿਕਾਰਡ ਸਵਾਲ ਪੁੱਛਿਆ ਸੀ ਕਿ ਸਰ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ, ਬਿਮਾਰ ਰਹਿੰਦੇ ਹੋ, ਨੂਰੀ ਮੈਮ ਦੇ ਸੈਲਸ ਕੱਟੇ ਹੋਏ ਸੀ, ਤੁਹਾਨੂੰ ਰੈਸਟ ਕਰਨੀ ਚਾਹੀਦੀ ਸੀਗੀ, ਤਾਂ ਉਹ ਕਹਿੰਦੇ ਕਿ ਮੈਨੂੰ ਇੱਥੇ ਲੱਗਿਆ ਕਿ ਮੇਰੀ ਜ਼ਿੰਮੇਵਾਰੀ ਜਿਹੜੀ ਬਣਦੀ ਉਹ ਪੂਰੀ ਕਰਨੀ ਜ਼ਿਆਦਾ ਕਰਨੀ ਜ਼ਰੂਰੀ ਹੈ, ਐਂਡ ਹੀ ਡਿਡਨਟ ਰਿਗਰੈਟ ਅ ਮੋਮੈਂਟ ਆਫ ਇਟ। ਕਹਿੰਦੇ ਜਿੱਥੇ ਮੈਂ ਕੰਮ ਆ ਸਕਿਆ, ਕਹਿੰਦੇ ਹੁਣ ਵੀ ਚਲੋ ਜੇ ਮੇਰੀ ਲੋੜ ਪੈਂਦੀ ਹੈ ਕਿਤੇ। ਸੋ ਹੀ ਨੈਵਰ ਰਿਗਰੈਟਡ ਐਨੀ ਸੈਕਿੰਡ ਇਫ ਹੀ ਕੁਡ ਬੀ ਐਨੀ ਹੈਲਪ ਟੂ ਐਨੀਬਡੀ। ਪਰ ਅਲਾਪ ਤੁਸੀਂ ਇੱਕ ਮਤਲਬ ਪੁੱਤਰ ਹੋਣ ਦੇ ਨਾਤੇ ਪਰਵਾਹ ਹੁੰਦੀ ਹੈ ਬੱਚਿਆਂ ਨੂੰ ਆਪਣੇ ਮਾਪੇ ਦੀ, ਹੈ ਨਾ, ਸਾਰੀ ਜੀ ਗੱਲ ਹੈ। ਤਾਂ ਤੁਸੀਂ ਨਹੀਂ ਕਦੇ ਕਿਹਾ ਕਿ ਡੈਡ ਟ੍ਰਾਂਸਪਲਾਂਟ ਹੋਇਆ ਹੋਇਆ, ਤੁਸੀਂ ਹਲੇ ਠੀਕ ਨਹੀਂ ਹੈਗੇ, ਹਲੇ ਇਮਿਊਨਿਟੀ ਤੁਹਾਡੀ ਬਹੁਤ ਜ਼ਿਆਦਾ ਵੀਕ ਹੈ, ਤੁਸੀਂ ਧਰਨਿਆਂ ਤੇ ਨਾ ਜਾਓ, ਇਦਾਂ ਰਸ਼ ਦੇ ਵਿੱਚ ਨਾ ਜਾਓ? ਐਕਚੁਅਲੀ ਰਸ਼ ਵਰਸਸ ਧਰਨੇ, ਇਟਸ ਅ ਕੰਪਲੀਟਲੀ ਡਿਫਰੈਂਟ ਐਨਵਾਇਰਨਮੈਂਟ ਹੈ ਨਾ। ਇੱਕ ਤਾਂ ਹੁੰਦਾ ਤੁਸੀਂ ਮੈਰਿਜ ਫੰਕਸ਼ਨ ਅਟੈਂਡ ਕਰ ਰਹੇ ਹੋ, ਠੀਕ ਹੈ, ਯੂ ਆਰ ਹੈਵਿੰਗ ਫਨ, ਯੂ ਕੈਨ ਅਵੋਇਡ ਦੋਜ਼ ਥਿੰਗਸ। ਜਿੱਥੇ ਰਿਸਪੌਂਸਿਬਿਲਿਟੀ ਸੀ, ਡੈਡ ਕੁਡਨਟ ਰਿਫਰੇਨ ਹਿਮਸੈਲਫ, ਉਹ ਪਿੱਛੇ ਨਹੀਂ ਹਟ ਸਕਦੇ ਸੀ, ਨਾ ਹਟ ਹੋ ਰਿਹਾ ਸੀ ਉਹਨਾਂ ਤੋਂ। ਸੋ ਜੇ ਆਪਾਂ ਗੱਲ ਕਰੀਏ ਪ੍ਰੋਟੈਸਟਸ ਦੇ ਵਿੱਚ, ਤਾਂ ਉਹ ਸਾਡੇ ਨਾਲੋਂ ਪਹਿਲਾਂ ਤਿਆਰ ਜਲਦੀ ਹੋਏ ਹੁੰਦੇ ਸੀ ਕਿ ਯਾਰ ਵੀ ਹੈਵ ਟੂ ਬੀ ਦੇਅਰ, ਕਿਉਂਕਿ ਜੇ ਅਸੀਂ ਨਹੀਂ ਹੋਵਾਂਗੇ ਤਾਂ ਕੌਣ ਹੋਊਗਾ, ਹੈ ਨਾ। ਕਿਉਂਕਿ ਅਸੀਂ ਉਹਨਾਂ ਦੇ ਹੱਥ ਦਾ ਖਾਂਦੇ ਹਾਂ, ਅਸੀਂ ਉਹਨਾਂ ਦੇ ਨਾਲ, ਮਤਲਬ ਦੇ ਆਰ ਲਿਟਰਲੀ ਆਰ ਸਾਡੇ ਅੰਨਦਾਤਾ। ਸੋ ਅਸੀਂ ਕਿਵੇਂ ਨਾ ਉਹਨਾਂ ਦੀ ਸਪੋਰਟ ਕਰੀਏ। ਸੋ ਉਸ ਟਾਈਮ 'ਤੇ ਤਾਂ ਅਸੀਂ ਵੀ ਕੁਡ ਨਹੀਂ ਇਵਨ ਸੇ ਐਨੀਥਿੰਗ, ਕਹਿ ਹੀ ਨਹੀਂ ਸਕਦੇ ਸੀਗੇ ਡੈਡ ਨੂੰ, ਕਿਉਂਕਿ ਸਾਨੂੰ ਪਤਾ ਸੀ ਕਿ ਮਜਬੂਰੀ ਵੀ ਹੈ ਬਟ ਜਾਣਾ ਵੀ ਜ਼ਰੂਰੀ ਹੈ। ਸੋ ਦੈਟ ਵਾਜ਼ ਅ ਵੈਰੀ ਡਿਲੇਮਾ ਵਾਲੀ ਸਿਚੁਏਸ਼ਨ ਸੀਗੀ ਉਹ। ਅਲਾਪ ਕੁਝ ਗੱਲਾਂ ਜੋ ਹੁਣ ਯਾਦ ਆ ਕੇ ਜ਼ਹਿਨ 'ਚ ਆਉਂਦੀਆਂ ਨੇ, ਤੇ ਐਦਾਂ ਹੁੰਦਾ ਹੋਏ ਕਿ ਅੱਛਾ ਇਹ ਗੱਲ ਮੈਨੂੰ ਤਾਂ ਕਹੀ ਸੀ, ਅੱਜ ਡੈਡ ਨੇ ਤੁਰ ਜਾਣਾ ਸੀ? ਐਗਜ਼ੈਕਟਲੀ ਮੈਨੂੰ ਗੱਲ ਯਾਦ ਆਉਂਦੀ ਹੈ ਜੀ। ਉਹ ਉੱਥੇ ਦੇਅਰ ਵਾਜ਼ ਅ ਸੌਂਗ, ਆਪਾਂ ਦਾ ਇੱਕ ਗਾਣਾ ਸੀਗਾ, ਅਸੀਂ ਕੰਪੋਜ਼ ਕਰ ਰਹੇ ਸੀ ਕਾਫੀ ਦੇਰ ਤੋਂ, 8-9 ਸਾਲ ਪਈਆਂ ਰਹਿੰਦੀਆਂ ਸੀ ਕੰਪੋਜੀਸ਼ਨਸ ਉਹਨਾਂ ਦੀਆਂ। ਇਟਸ ਜਿੰਨੇ ਉਹਨਾਂ ਦੇ ਨਾਲ ਕੰਮ ਕੀਤਾ, ਜਿੰਨੇ ਨੇ ਜਨਾਬ ਉਸਤਾਦ ਚਰਨਜੀਤ ਓਜਾ ਸਾਹਿਬ, ਗੁਰੂ ਜੀ ਨੇ, ਜੈਦੇਵ ਕੁਮਾਰ ਜੀ ਨੇ, ਬਬਲੂ ਮੋਹਿੰਦਰਾ, ਉੱਤਮ ਜੀ, ਜਾਂ ਹੋਰ ਈਵਨ ਕਿ ਜਿੰਨੇ ਵੀ ਮਤਲਬ ਮੇਜਰ ਜਿਹੜੇ ਮਿਊਜ਼ਿਕ ਪ੍ਰੋਡਿਊਸਰਸ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕੰਮ ਕੀਤਾ ਡੈਡ ਨਾਲ, ਉਹਨਾਂ ਨੂੰ ਪਤਾ ਸੀ ਕਿ 10-10 ਸਾਲ ਵੀ ਉਹਨਾਂ ਦੀਆਂ ਪੁਰਾਣੀਆਂ ਕੰਪੋਜੀਸ਼ਨਸ ਜਿਹੜੀਆਂ ਕੱਢ ਕੇ ਲਿਆ ਕੇ ਅਸੀਂ ਕੰਮ ਕਰਦੇ ਸੀ ਉਹਨਾਂ 'ਤੇ, ਅਤੇ ਖਜ਼ਾਨਾ ਭਰਿਆ ਹੋਇਆ ਸੀਗਾ। ਸੋ ਇੱਕ ਕੰਪੋਜੀਸ਼ਨ ਉਹਨਾਂ ਨੂੰ ਮੈਨੂੰ ਬਹੁਤ ਪਰਸਨਲੀ ਪਸੰਦ ਸੀ, ਕਿਉਂਕਿ ਜਦੋਂ ਕਿਤੇ ਮਹਿਫਲਾਂ 'ਚ ਬਹਿੰਦੇ ਸੀ ਮੈਂ ਯਾਦ ਕਰਾਉਂਦਾ ਹੁੰਦਾ ਸੀ, ਡੈਡ ਉਹ ਵਾਲੀ ਚੀਜ਼ ਸੁਣਾਓ ਤੁਸੀਂ। ਸੋ ਆਈ ਗੈਸ ਸਮਵੇਅਰ ਹੀ ਕਾਈਂਡ ਆਫ ਫੈਲਟ ਅ ਲਿਟਲ ਵਲਨਰੇਬਲ। ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਯਾਰ, ਵਟ ਇਫ ਜੇ ਪਰਮਾਤਮਾ ਨਾ ਕਰੇ ਕੋਈ ਇੱਦਾਂ ਦੀ ਚੀਜ਼ ਹੋਵੇ। ਮਨ 'ਚ ਆਇਆ ਹੋਣਾ, ਪਤਾ ਨਹੀਂ ਕੀ, ਮੈਨੂੰ ਕਹਿੰਦੇ ਯਾਰ ਤੂੰ ਉਹ ਗਾਣਾ ਕਿਉਂ ਨਹੀਂ ਕਰਵਾ ਦਿੰਦਾ। ਡੈਡ ਉਹ ਗਾਣਾ ਬਣਿਆ ਹੀ ਤੁਹਾਡੇ ਲਈ ਹੈ, ਮੈਂ ਕਿਵੇਂ ਕਰਾ ਦੇਵਾਂ। ਇਸ ਲਈ ਨਹੀਂ ਮੇਰੇ ਕੋਲ ਵਾਧੂ ਗਾਣੇ ਪਏ, ਮੇਰੀ ਤਾਂ ਭੁੱਖ ਵੀ ਨਹੀਂ ਹੈਗੀ ਉੱਦਾਂ ਦੀ ਹੁਣ ਵੀ। ਮੇਰਾ ਇੰਨਾ ਆਡੀਅנס ਨੇ ਮੈਨੂੰ ਨਿਹਾਰਤਾ, ਜੋ ਵੀ ਮੈਂ ਉਹਨਾਂ ਨੂੰ ਦਿੱਤਾ, ਕਹਿੰਦੇ ਉਹਦੇ ਨਾਲ ਹੀ ਇੰਨਾ ਕੁ ਉਹਨਾਂ ਨੇ ਮੈਨੂੰ ਪਿਆਰ ਦਿੱਤਾ। ਆਈ ਡੋਂਟ ਹੈਵ ਐਨੀ ਮੋਰ ਵਿਸ਼ੇਜ਼, ਹੈ ਨਾ। ਕਿ ਉਹ ਇੱਕ ਅਜਿਹੀ ਸ਼ਖਸੀਅਤ ਸੀ ਜਿਨ੍ਹਾਂ ਵਿੱਚ ਸਬਰ ਵੀ ਸੀ ਤੇ ਰੱਜ ਵੀ ਸੀ, ਕਿਉਂਕਿ ਲੋਕ ਕਹਿੰਦੇ ਨੇ ਸਬਰ ਦੇ ਮਾਲਕਾ, ਰੱਜ ਤਾਂ ਕਦੇ ਨਹੀਂ ਆਣਾ, ਪਰ ਉਹ ਰੱਜੇ ਹੋਏ, ਰੱਜੇ ਪੁੱਜੇ ਸੀਗੇ। ਸਭ ਤੋਂ ਵੱਡੀ ਗੱਲ ਹੈ ਕਿ ਖਜ਼ਾਨਾ ਇੰਨਾ ਹੋਣ ਦੇ ਬਾਵਜੂਦ ਇੰਨਾ ਕੁਛ ਮਤਲਬ ਜਿਹੜਾ ਦੇ ਸਕਦੇ ਸੀ, ਇੰਨਾ ਕੁਛ ਦੇਣ ਵਾਲੀਆਂ ਚੀਜ਼ਾਂ ਹੁੰਦੇ ਹੋਏ ਵੀ ਹੀ ਵਾਜ਼ ਲਾਈਕ ਜਸਟ ਵੈਰੀ ਮਚ ਸੈਟਿਸਫਾਈਡ ਵਿਦ ਦ ਲਾਈਫ ਹੀ ਹੈਡ, ਨਾ। ਅਤੇ ਮੈਨੂੰ ਗਾਣਾ ਕਹਿੰਦੇ ਰਹੇ, ਕਹਿੰਦੇ ਤੂੰ ਕਰਾ ਦੇ ਰਿਕਾਰਡ, ਤੈਨੂੰ ਪਸੰਦ ਬਹੁਤ ਹੈ, ਤੇਰੇ ਗਾਣਾ ਵੀ ਅੱਛਾ ਹੈ। ਅਤੇ ਗਾਣੇ ਦੀ ਵਰਡਿੰਗ ਮੈਂ ਤੁਹਾਨੂੰ ਕਲੀਅਰਲੀ ਨਹੀਂ ਦੱਸੂੰਗਾ ਜ਼ਿਆਦਾ ਹਾਲੇ, ਕਿਉਂਕਿ ਰਿਵੀਲ ਨਹੀਂ ਕਰ ਸਕਦਾ, ਬਟ ਉਹ ਗਾਣਾ ਮੈਨੂੰ ਨਹੀਂ ਪਤਾ ਸੀ ਕਿ ਉਸ ਗਾਣਾ ਸਾਰੀ ਇਸ ਕਹਾਣੀ 'ਤੇ ਟੁੱਕ ਜੂਗਾ ਆ ਕੇ। ਅੱਛਾ। ਸੋ ਮਤਲਬ ਸਾਰਾ ਗਾਣਾ ਇਸੇ ਵਿਛੋੜੇ ਤੇ ਇਸੇ ਸਿਚੁਏਸ਼ਨ 'ਤੇ ਹੀ ਹੈ। ਉਹ ਪਤਾ ਹੀ ਨਹੀਂ ਲੱਗਿਆ ਕਦੋਂ ਕਿਵੇਂ ਅਸੀਂ ਗਾਣਾ ਬਣਾ ਵੀ ਦਿੱਤਾ, ਅਤੇ ਇਹ ਵੀ ਨਹੀਂ ਸੋਚਿਆ ਸੀ ਵੀ ਇਸ ਸਿਚੁਏਸ਼ਨ 'ਤੇ ਲੱਗ ਸਕੂਗਾ ਗਾਣਾ। ਸੋ ਮਤਲਬ ਆਈ ਡਿਡਨਟ ਨੋ ਦੈਟ ਹੀ ਵੁੱਡ ਵਾਂਟ ਮੀ ਟੂ ਡੂ ਦੈਟ ਸੌਂਗ ਆਫਟਰ ਹੀ ਲੀਵਸ। ਸੰਗੀਤ ਦੇ ਨਾਲ ਉਹਨਾਂ ਦਾ ਪਿਆਰ ਇਸ ਕਦਰ ਦਿਖ ਰਿਹਾ ਸੀ ਕਿ ਆਪਣੇ ਬੱਚਿਆਂ ਦਾ ਨਾਮ ਵੀ ਸਾਰੰਗ ਤੇ ਅਲਾਪ ਰੱਖਿਆ। ਸਾਰੇ ਰਿਸ਼ਤੇਦਾਰਾਂ ਨੇ ਨਹੀਂ ਜੀ ਆਹ ਰੱਖਣਾ, ਨਹੀਂ ਜੀ ਆਹ ਰੱਖਣਾ, ਹੈ ਨਾ। ਡੈਡ ਕਹਿੰਦੇ ਆਈ ਵਾਂਟ ਨੋਨ ਬਾਇਸ ਨੇਮਸ, ਜਿਹੜੇ ਇਹ ਰਿਪਰੈਜ਼ੈਂਟ ਕਰਨ ਕਿ ਇਹ ਮੇਰੇ ਬੱਚੇ ਹੈ। ਵਾਹ। ਅਤੇ ਕੱਲ੍ਹ ਨੂੰ ਇਹ ਜੇ ਮਿਊਜ਼ਿਕ ਤੋਂ ਪਰੇ ਰਹੇ, ਇਹਨਾਂ ਦਾ ਨਾਮ ਮੈਨੂੰ ਯਾਦ ਦਵਾ, ਇਹਨਾਂ ਨੂੰ ਨਾਮ ਦੀ ਸ਼ਰਮ ਹੋਊਗੀ ਵੀ ਸਾਡਾ ਨਾਮ ਯਾਰ ਬਾਪ ਨੇ ਆਹ ਰੱਖਿਆ, ਮਾਂ ਨੇ ਆਹ ਰੱਖਿਆ, ਅਤੇ ਲਾਈਕ ਅਸੀਂ ਕਿਹੜੇ ਕੰਮਾਂ ਵੱਲ ਤੁਰੇ ਹੋਏ ਹਾਂ। ਸੋ ਆਈ ਮੀਨ ਈਵਨ ਇਨ ਮਾਈ grade 11 ਟਾਈਮਸ ਮੈਂ ਮੈਡੀਕਲ ਪ੍ਰੋਫੈਸ਼ਨਲ ਚੂਜ਼ ਕਰ ਲਿਆ ਸੀਗਾ। ਆਈ ਵਾਂਟਡ ਟੂ ਗੋ ਇਨਟੂ ਈਦਰ ਬਾਇਓਕੈਮੀਕਲ ਇੰਜੀਨੀਅਰਿੰਗ ਔਰ ਲਾਈਕ ਮੈਡੀਕਲ, ਹੈ ਨਾ। ਦੋਨਾਂ 'ਚੋਂ ਮੈਨੂੰ ਇੱਕ ਸੀਗਾ ਕਿ ਆਈ ਹੈਡ ਸਾਇੰਸ ਇਨ ਮਾਈ ਸਟਰੀਮ। ਸੋ ਡਾਕਟਰ ਦਾ ਆਈ ਵਾਂਟਡ ਟੂ ਬੀ ਅ ਨਿਊਰੋ ਸਰਜਨ ਔਰ ਅ ਬਾਇਓਕੈਮੀਕਲ ਇੰਜੀਨੀਅਰ। ਸੋ ਮੇਰਾ ਸਾਰੀ ਤਿਆਰੀ ਵੀ ਹੋ ਗਈ ਸੀ, ਸਭ ਡਿਸਾਈਡ ਵੀ ਕਰ ਲਿਆ ਸੀ that I'm gonna go into ਮੈਡੀਕਲ ਓਨਲੀ। ਮੈਨੂੰ ਕਹਿੰਦੇ ਤੇਰੇ ਨਾਲੋਂ ਜ਼ਿਆਦਾ ਅੱਛੇ ਡਾਕਟਰ ਬਣ ਸਕਦੇ ਨੇ ਲੋਕ, ਬਟ ਬੇਟਾ ਤੂੰ ਜਿਸ ਘਰ ਦਾ ਸਿੰਗਰ ਹੈ ਨਾ, ਤੈਨੂੰ ਸਿੰਗਿੰਗ ਕਰਨੀ ਚਾਹੀਦੀ ਹੈ। ਕਹਿੰਦੇ 10 ਸਾਲ ਤੈਨੂੰ ਡਾਕਟਰ ਬਣਨ ਨੂੰ ਲੱਗਣੇ ਆ, 10 ਸਾਲ ਹੀ ਸਿੰਗਰ ਬਣਨ ਨੂੰ ਲੱਗ ਸਕਦੇ ਆ, ਇਟਸ ਅਪ ਟੂ ਯੂ ਨਾਓ। ਸੋ ਮੈਂ
ਕਦੇ ਉਹਨਾਂ ਨੇ ਕਿਸੇ ਤੇ ਫੋਰਸ ਤਾਂ ਕੀਤੀ ਨਹੀਂ ਚੀਜ਼ ਵੀ ਤੂੰ ਆਹ ਚੀਜ਼ ਕਰ। ਆਈ ਗੈਸ ਹੀ ਆਲਵੇਜ਼ ਗੇਵ ਹਿਸ ਸਜੈਸ਼ਨ ਐਂਡ ਲੋਕੀ ਸਮਝ ਕੇ ਆਪੇ ਹੀ ਸਮਝ ਲੈਂਦੇ ਸੀ ਕਿ ਯਾਰ ਇਟਸ ਇੰਪੋਰਟੈਂਟ ਕਿ ਜੋ ਉਹਨਾਂ ਨੇ ਗੱਲ ਕੀਤੀ ਉਹ ਬਹੁਤ ਵੱਡੀ ਹੈ। ਆਪਣੀ ਲੈਗੇਸੀ ਨੂੰ ਅੱਗੇ ਲੈ ਕੇ ਜਾਣਾ। ਲੈਗੇਸੀ ਉਹਨਾਂ ਨੂੰ ਡਰ ਹੀ ਇਸ ਗੱਲ ਦਾ ਸੀਗਾ ਕਿ ਇਸ ਜਗ੍ਹਾ ਤੇ ਨਾ ਚਲੇ ਜਾਣ ਜਿੱਥੇ ਲੈਗੇਸੀ ਕੈਰੀ ਨਾ ਹੋਵੇ, ਕਿਉਂਕਿ ਇਹ ਇਕੱਲੀ ਉਹਨਾਂ ਦੀ ਨਹੀਂ, ਪਿਛਲੇ 400-500 ਸਾਲਾਂ ਤੋਂ ਸਾਡੇ ਬਜ਼ੁਰਗਾਂ ਦੀ ਲੈਗੇਸੀ ਹੈ। 13 ਸਾਲ ਦੀ ਉਮਰ ਦੇ ਵਿੱਚ ਕੀਰਤਨ ਕਰਨੇ ਸ਼ੁਰੂ ਕਰ ਦਿੱਤੇ ਸੀ, ਆਨੰਦ ਕਾਰਜ ਕਰਵਾਉਂਦੇ ਹੁੰਦੇ ਸੀ। ਉਹਨਾਂ ਨੇ ਉਹ ਸਮਾਂ ਵੀ ਦੇਖਿਆ ਜਦੋਂ 3 ਦਿਨ ਦੇ 7.5 ਰੁਪਏ ਮਿਲਦੇ ਹੁੰਦੇ ਸੀ। ਬਿਲਕੁਲ। ਅੱਜ ਉਹ ਚੀਜ਼ਾਂ ਯਾਦ ਕਰਦੇ ਹਾਂ ਤਾਂ ਅਸੀਂ ਇਹ ਸੋਚੀ ਜਾਂਦੇ ਹਾਂ ਕਿ ਕਿੰਨੇ ਹੰਬਲ ਗਰਾਊਂਡਸ ਤੋਂ ਉੱਠ ਕੇ ਕਿੱਥੇ ਪਹੁੰਚੇ। ਅਸੀਂ ਤਾਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਜਿੱਥੇ ਅਸੀਂ ਜਿੰਨੀ ਲਗਜ਼ਰੀ 'ਚ ਬੈਠੇ ਹਾਂ ਅਸੀਂ ਕਿਤੇ ਹੋਰ ਉੱਠ ਕੇ ਜਾ ਵੀ ਸਕਦੇ। ਸਾਈਕਲ ਤੇ ਬੈਠ ਕੇ ਕੀਰਤਨ ਕਰਨ, ਮਤਲਬ ਉਹ ਸਾਈਕਲ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਵੀ ਗਿਰ ਗਿਆ, ਸੱਟ ਵੱਜੀ, ਉਹ ਸਾਈਕਲ ਦੀ ਪੂਰੀ ਜਿਹੜੀ ਪੈਡਲ ਦੀ ਕਿੱਲ ਹੁੰਦੀ ਸੀ ਉਹ ਮਤਲਬ ਪੈਰ ਦੇ ਵਿੱਚੋਂ ਉਹਦੀ ਲੰਘ ਚੁੱਕੀ ਸੀ। ਮਤਲਬ ਉਹ ਦੈਟ ਕਿੱਥੇ ਅੱਜ ਬੰਦਾ ਉਹ ਚੀਜ਼ਾਂ ਯਾਦ ਕਰ ਸਕਦਾ ਜੀ, ਜਾਂ ਕਿਸੇ ਬੰਦੇ ਨਾਲ ਅੱਜ ਕਿੱਥੇ ਹੋ ਸਕਦੀਆਂ ਨੇ ਉਹ ਚੀਜ਼ਾਂ। ਸੋ ਦੋਜ਼ ਸਟਰਗਲਸ ਦੈਟ ਹੀ ਹੈਜ਼ ਫੇਸਡ, ਉਹੀ ਚੀਜ਼ ਦੀ ਕਮਾਈ ਤੁਸੀਂ ਦੇਖ ਲਈ। ਜੋ ਜਿਹੜਾ ਇੰਨਾ ਪਿਆਰ ਲੋਕਾਂ ਨੇ ਦਿੱਤਾ ਜਨਾਜ਼ੇ ਦੇ ਟਾਈਮ ਤੇ, ਇੰਨਾ ਰਸ਼ ਸੀਗਾ, ਉਹ ਕਮਾਈ ਸੀ ਉਹਨਾਂ ਦੀ। ਸੋ ਪੈਸਾ ਧੇਲਾ ਇੱਥੇ ਛੱਡ ਕੇ ਗਏ ਹੋਏ ਨੇ, ਸਾਰਾ ਮਹਿਲ ਮਨਾਰੇ ਸਭ ਇੱਥੇ ਛੱਡ ਕੇ ਗਏ ਹੋਏ ਨੇ, ਨਾਲ ਗਈ ਉਹ ਕਮਾਈ। ਸੋ ਇਹੀ ਸਿਖਾਉਂਦੇ ਰਹਿ ਗਏ ਸਾਰੀ ਉਮਰ ਕਿ ਬੇਟਾ ਬੰਦੇ ਕਮਾਓ, ਦੈਟ ਇਜ਼ ਦ ਮੋਸਟ ਪ੍ਰੈਸ਼ੀਅਸ। ਜੇ ਤੁਸੀਂ ਬੰਦੇ ਕਮਾ ਲਏ ਇੱਜ਼ਤ ਆਪ ਹੀ ਦੇਣਗੇ ਜੀ ਉਹ। ਤੁਸੀਂ ਬੰਦਿਆਂ ਨੂੰ ਫੇਕ ਤਰੀਕੇ ਨਾਲ ਨਹੀਂ ਕਮਾ ਸਕਦੇ, ਤੁਸੀਂ ਉਹਨਾਂ ਨੂੰ ਝੂਠੇ ਦਿਲਾਸੇ, ਝੂਠੀਆਂ ਤਾਰੀਫਾਂ ਕਰਕੇ ਨਹੀਂ ਕਮਾ ਸਕਦੇ, ਤੁਹਾਨੂੰ ਦਿਲ ਜਿੱਤਣੇ ਪੈਂਦੇ ਐਂਡ ਦਿਲ ਤੁਸੀਂ ਕਦੇ ਵੀ ਝੂਠੇ ਹੋ ਕੇ ਨਹੀਂ ਜਿੱਤ ਸਕਦੇ ਕਿਸੇ ਦਾ। ਯੂ ਹੈਵ ਟੂ ਬੀ ਰੀਅਲ ਐਂਡ ਜੇ ਤੁਸੀਂ ਸੱਚੇ ਹੋ ਤੇ ਤੁਸੀਂ ਕਿਸੇ ਦੇ ਦਿਲ ਨੂੰ ਸੱਚੇ ਸੁੱਚੇ ਹੋ ਕੇ ਭਾ ਗਏ ਤਾਂ ਹੀ ਤੁਸੀਂ ਉਹਦਾ ਦਿਲ ਜਿੱਤ ਸਕਦੇ ਹੋ। ਸੋ ਦੈਟ ਵਾਸ ਹਿਸ ਮੇਨ ਮੋਟਿਵ ਆਲਵੇਜ਼। ਹਾਲਾਂਕਿ ਮਾਂ-ਬਾਪ ਆਪਣੇ ਬੱਚਿਆਂ ਨੂੰ ਸਾਂਭਦੇ ਨੇ, ਪਰ ਉਹ ਬੜਾ ਔਖਾ ਵੇਲਾ ਹੁੰਦਾ ਜਦੋਂ ਬੱਚੇ ਨੂੰ ਆਪਣੀ ਮਾਂ ਨੂੰ ਸਾਂਭਣਾ ਪਏ। ਤਾਂ ਅੱਜ ਅਮਰ ਨੂਰੀ ਜੀ ਦੀ ਇਹ ਹਾਲਤ ਜਿਹੜੀ ਦੇਖੀ ਵੀ ਨਹੀਂ ਜਾ ਰਹੀ ਸ਼ਾਇਦ ਸਾਡੇ ਤੋਂ, ਉਹ ਕਿੱਦਾਂ ਸੰਭਾਲ ਰਹੇ ਹੋ ਉਹਨਾਂ ਨੂੰ? ਸਾਂਭਣ ਵਾਲੇ ਜੀ ਦੇਖੋ ਪ੍ਰਮਾਤਮਾ, ਸਿੱਧੀ ਗੱਲ ਹੈ। ਜੇ ਉਹਨੇ ਐਡੀ ਵੱਡੀ ਸੱਟ ਮਾਰੀ ਹੈ ਤਾਂ ਸਾਂਭੂਗਾ ਵੀ, ਮੱਲਮ ਪੱਟੀ ਵੀ ਉਹੀ ਕਰੂਗਾ। ਤੇ ਮੈਂ ਤਾਂ ਕਹਿੰਦਾ ਹੁੰਦਾ ਜੇ ਮੰਨਣਾ ਤਾਂ 100% ਮੰਨਿਆ ਕਰੋ, ਨਹੀਂ ਮੰਨਣਾ ਤਾਂ ਕੁਝ ਵੀ ਨਾ ਮੰਨਿਆ ਕਰੋ। ਸੋ ਜਿੰਨੇ ਰੀਤੀ ਰਿਵਾਜ ਹੋ ਰਹੇ ਨੇ, ਸਾਡੀ ਇਹੀ ਇੱਕ ਮਤਲਬ ਪਿੱਛੋਂ ਤੋਂ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਚੀਜ਼ਾਂ, ਰੀਤੀ ਰਿਵਾਜ, ਇਹ ਕਿਸੇ ਰੀਜ਼ਨ ਕਰਕੇ ਹੁੰਦੀਆਂ। ਕਿਉਂਕਿ ਇੱਕ ਤਾਂ ਜਾਣ ਵਾਲੇ ਦੀ ਜੋ ਉਹਨਾਂ ਦੀ ਰੂਹ ਆ ਉਹਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਾ ਆਵੇ। ਦੂਸਰੀ ਗੱਲ, ਫੈਮਿਲੀ ਜਿਵੇਂ ਜਿਵੇਂ ਉਹਨਾਂ ਦੀ ਚੀਜ਼ਾਂ ਰੀਤੀ ਰਿਵਾਜ਼ਾਂ ਨੂੰ ਨਿਭਾਉਂਦੀ ਰਹਿੰਦੀ, ਉਵੇਂ ਉਵੇਂ ਉਹਨਾਂ ਦੇ ਦਿਲ ਨੂੰ ਧਰਵਾਸ ਮਿਲਦਾ ਰਹਿੰਦਾ। ਸੋ ਕਿਸੇ ਰੀਜ਼ਨ ਕਰਕੇ ਸਾਡੇ ਬਜ਼ੁਰਗਾਂ ਨੇ, ਸਾਡੇ ਵੱਡਿਆਂ ਨੇ ਚੀਜ਼ਾਂ ਬਣਾਈਆਂ ਤੇ ਸੋਚੀਆਂ। ਜਿਵੇਂ ਜਿਵੇਂ ਵਕਤ ਨਿਕਲੀ ਜਾਂਦਾ ਉਵੇਂ ਉਵੇਂ ਮਨ ਨੂੰ ਧਰਵਾਸ ਤਾਂ ਹੁੰਦਾ ਹੈ ਕਿ ਚਲੋ ਉਹਨਾਂ ਦੀ ਰੂਹ ਨੂੰ ਸ਼ਾਂਤੀ ਹੈ, ਬਟ ਸਾਡੀ ਕਮੀ ਨਹੀਂ ਨਾ ਪੂਰੀ ਹੋ ਰਹੀ ਉਹਨਾਂ ਚੀਜ਼ਾਂ ਨਾਲ। ਤੇ ਉਹ ਹਲਕਾ ਜਿਹਾ ਵੀ ਕਿਤੇ ਮਾਤਾ ਨੂੰ, ਮੇਰੀ ਮਾਤਾ ਨੂੰ ਕਿ ਮਾੜਾ ਮੋਟਾ ਇੱਥੇ ਹਲਕਾ ਜਿਹਾ ਇਹਨਾਂ ਨੂੰ ਵੀ ਐਂ ਹੁੰਦਾ ਨਾ ਕਿ ਠੀਕ ਹੈ, ਫਿਰ ਕੋਈ ਐਸੀ ਗੱਲ ਯਾਦ ਆਉਂਦੀ ਹੈ ਜਿਹੜੀ ਤੀਰ ਵਾਂਗੂ ਵੱਜਦੀ ਹੈ ਸੀਨੇ 'ਚ ਜਾ ਕੇ। ਸੋ ਮੈਂ ਤਾਂ ਹਰ ਪਾਸੇ ਇਹੀ ਕਹਿ ਰਿਹਾ ਕਿ ਉਹਨਾਂ ਦਾ ਤਾਂ ਪਿਆਰ ਹੀ ਐਗਜ਼ਾਮਪਲਰੀ ਪਿਆਰ ਸੀਗਾ। ਐਗਜ਼ਾਮਪਲਾਂ ਦਿੰਦੀ ਹੈ ਦੁਨੀਆ ਅੱਜ ਵੀ, ਦੁਆਵਾਂ ਦਿੰਦੀਆਂ ਹੁੰਦੀਆਂ ਤਾਂ ਇਹ ਕਹਿੰਦੇ ਵੀ ਤੇਰੀ ਜੋੜੀ ਸਰਦੂਲ ਨੂਰੀ ਵਰਗੀ ਹੋਵੇ। ਸੋ ਐਸੀ ਜੋੜੀ ਨੂੰ ਨਜ਼ਰ ਲੱਗੀ, ਐਸੀ ਜੋੜੀ ਦੀ ਜ਼ਿੰਦਗੀ ਦੇ ਵਿੱਚ ਐਸਾ ਮੁਕਾਮ ਦੇਖਣਾ ਪੈ ਗਿਆ ਉਹਨਾਂ ਨੂੰ, ਤਾਂ ਓਬਵੀਅਸਲੀ ਸ਼ੀ ਇਜ਼ ਨਾਟ ਇਨ ਅ ਗੁੱਡ ਸਟੇਟ। ਸੋ ਆਈ ਐਮ ਟਰਾਈਂਗ ਮਾਈ ਲੈਵਲ ਬੈਸਟ ਟੂ ਹੈਂਡਲ ਇਟ। ਬਾਕੀ ਮਾਈ ਫੈਮਿਲੀ ਇਜ਼ ਹੇਅਰ, ਸਾਡੇ ਫੈਮਿਲੀ ਹੈਗੀ, ਇਮੀਡੀਏਟ ਫੈਮਿਲੀ ਇਜ਼ ਦੇਅਰ ਟੂ ਟੇਕ ਕੇਅਰ ਆਫ ਹਰ। some of my family friends are taking a really good care of her। ਜਿੰਨੇ ਵੀ ਆ ਰਹੇ ਹੈ, ਜਿੰਨੇ ਵੀ ਪਹੁੰਚਦੇ ਆ, I mean ਮੈਂ ਨਾਮ ਲੈ ਕੇ ਥੈਂਕ ਯੂ ਕਰਾਂ ਤਾਂ I'll be biased and ਨਾਮ ਮੁੱਕਣਗੇ ਨਹੀਂ। ਬਟ whoever is here, ਮੈਨੂੰ ਉਹਨਾਂ ਨੂੰ ਸਭ ਨੂੰ ਪਤਾ ਉਹ ਕੌਣ ਕੌਣ ਨੇ, they know who they are। ਉਹਨਾਂ ਨੂੰ ਵੀ ਪਤਾ ਕਿ ਅਲਾਪ ਕਿਸੇ ਹੋਰ 'ਤੇ ਟਰਸਟ ਹੀ ਨਹੀਂ ਕਰ ਸਕਦਾ। ਉਹ ਸ਼ਾਇਦ ਆਪਣੇ ਪਰਿਵਾਰ 'ਤੇ ਮਤਲਬ ਇੰਨਾ ਉਹਦਾ ਫੇਥ ਨਹੀਂ ਹੈ ਕਿਸੇ ਹੋਰ 'ਤੇ ਜਿੰਨਾ ਉਹ ਸਾਡੇ 'ਤੇ ਫੇਥ ਕਰਦਾ। ਉਹੀ ਗੱਲ ਹੈ ਵੀ ਦੇਖੋ ਸਾਡੇ ਪਰਿਵਾਰ ਵਾਲੇ ਵੀ ਇਹ ਗੱਲ ਸਮਝਦੇ ਆ ਕਿ ਜਿਹੜੀ ਚੀਜ਼ ਸਾਡੇ ਤੋਂ ਹੈਂਡਲ ਨਹੀਂ ਨਾ ਹੋ ਸਕਦੀ ਉਹ ਇਨਸਾਨ ਹੈਂਡਲ ਕਰ ਸਕਦਾ ਐਂਡ ਉਹ ਸਾਡਾ ਖੁਦ ਪਰਿਵਾਰ ਉਹ 'ਤੇ ਟਰਸਟ ਕਰਦਾ ਉਹਨਾਂ ਲੋਕਾਂ 'ਤੇ। ਸੋ I'm not saying that I'm trying to thank them, but I am thankful to them। I'm grateful, gratitude ਮੈਂ ਆਪਣਾ ਪ੍ਰੈਜ਼ੈਂਟ ਕਰਦਾ ਉਹਨਾਂ ਵਾਸਤੇ, ਉਹਨਾਂ ਨੂੰ ਦਿੰਦਾ ਕਿ ਜਿਨ੍ਹਾਂ ਨੇ, ਚਾਹੇ ਉਹ ਮੇਰੀ ਬਲੱਡ ਫੈਮਿਲੀ ਹੈ ਚਾਹੇ ਮੇਰੀ ਸੋਲ ਫੈਮਿਲੀ ਹੈ, ਸਾਰੇ ਸਾਂਭ ਤਾਂ ਰਹੇ ਨੇ। ਪਰ ਫਿਰ ਵੀ ਇੰਨਾ ਮਾਹੌਲ ਹੈ, ਘਰ ਤਾਂ ਖਾਣ ਨੂੰ ਆਉਂਦਾ ਹੀ। ਬਿਲਕੁਲ ਜੀ, ਉਹ ਮਤਲਬ ਇਹ ਚੀਜ਼, ਇਹ ਸੱਟ 100% ਤਾਂ ਕਦੇ ਵੀ ਨਹੀਂ ਹੀਲ ਹੋ ਸਕਦੀ, ਨਾ ਮੇਰੀ, ਨਾ ਮੰਮਾ ਦੀ, ਨਾ ਸਾਰੰਗ ਦੀ। ਬੱਚੇ ਫੇਰ ਕਿਤੇ ਜਾ ਕੇ ਸੈਟਲ ਡਾਊਨ ਹੋ ਜਾਂਦੇ ਆ, ਬੱਚਿਆਂ ਨੂੰ ਫੇਰ ਕਿਤੇ ਪਾਰਟਨਰਸ ਲੱਭ ਜਾਂਦੇ ਆ, ਬੱਚਿਆਂ ਦੀ ਫੇਰ ਕਿਤੇ ਜ਼ਿੰਦਗੀ ਤੁਰ ਪੈਂਦੀ ਹੈ, ਕਰੀਅਰਸ ਤੁਰ ਪੈਂਦੇ ਨੇ। ਬਟ ਆਹ ਟਾਈਮ ਇਸ ਤਰ੍ਹਾਂ ਦਾ ਸੀਗਾ ਵੈਨ ਵੀ ਵਰ ਗੋਇੰਗ ਟੂ ਬੀ ਬਿਜ਼ੀ ਵਿਦ ਵਰਕ ਐਂਡ ਸ਼ੀ ਵਾਜ਼ ਗੋਇੰਗ ਟੂ ਇੰਜੋਏ ਹਰ ਟਾਈਮ ਵਿਦ ਡੈਡ, ਐਂਡ ਨਾਓ ਦੈਟ ਇਜ਼ ਦ ਟਾਈਮ ਵੈਨ ਸ਼ੀ ਇਜ਼ ਲੈਫਟ ਗੋਨ। ਸੋ ਨਾਟ ਅ ਗੁੱਡ ਟਾਈਮ ਫॉर ਹਰ ਐਟ ਆਲ। ਉਹਨਾਂ ਦੀਆਂ ਤਸਵੀਰਾਂ ਨੂੰ ਦੇਖ ਕੇ, ਅਸੀਂ ਐਂਟਰੈਂਸ 'ਤੇ ਹੀ ਦੇਖੀਆਂ ਤਸਵੀਰਾਂ ਜਿਹੜੀਆਂ, ਉਹ ਦੇਖ ਕੇ ਚਾਹ ਕੇ ਵੀ ਆਪਣੇ ਆਪ ਨੂੰ ਨਹੀਂ ਰੋਕ ਸਕਦੇ। I mean ਮੈਂ ਤਾਂ ਕਹਿ ਹੀ ਚੁੱਕਿਆ, ਮੈਂ ਤਾਂ ਸੁੱਚ ਬੰਦ ਕੀਤਾ ਹੋਇਆ ਆਪਣਾ।
ਵੀ ਇੱਕ ਵੀ ਜੇ ਹੰਝੂ ਡਿੱਗ ਗਿਆ ਫਿਰ ਉਹ ਲੜੀ ਟੁੱਟਣੀ ਨਹੀਂ। ਆਈ ਕਿਉਂਕਿ ਇਹ ਨੋ ਤਾਂ ਹੰਝੂ ਤਾਂ ਇਹ ਨੇ, ਇੱਕ ਦਿਨ ਚ ਮੁੱਕਣੇ ਨਹੀਂ, ਇੱਕ ਦੋ ਦਿਨਾਂ ਚ ਮੁੱਕਣੇ ਨਹੀਂ, ਸਾਲ ਚ ਮੁੱਕਣੇ ਨਹੀਂ। ਇਹ ਸਾਰੀ ਉਮਰ ਦਾ ਰੋਣਾ ਜੀ। ਇੱਕ ਰਾਤ 'ਚ ਰੋਏ ਤਾਂ ਮੁੱਕਣਾ ਹੀ ਨਹੀਂ ਨਾ। ਇੱਕ ਰਾਤ 'ਚ ਜੇ ਤੁਸੀਂ ਰੋ ਪਏ ਤਾਂ ਤੁਸੀਂ ਕੋਟਾ ਇੱਕ ਰਾਤ 'ਚ ਨਹੀਂ ਨਾ ਕਦੇ ਪੂਰਾ ਕਰ ਸਕਦੇ। ਸੋ ਇਹ ਸਾਰੀ ਰਾਤ ਚੱਲਣੀ ਹੈ, ਸਾਰੀ ਜ਼ਿੰਦਗੀ ਚੱਲਣੀ ਹੈ। ਹਾਲੇ ਤਾਂ ਉਹ ਵੀ ਪੀਰੀਅਡ ਆਉਣਾ ਜਿਹਦੇ ਵਿੱਚ ਜ਼ਿੰਦਗੀ 'ਚ ਤੁਹਾਨੂੰ ਅੱਜ ਰਿਸ਼ਤੇਦਾਰ ਲੱਖ ਨੇ, ਕੱਲ੍ਹ ਨੂੰ 1000 ਰਹਿਣਗੇ, ਕੱਲ੍ਹ ਨੂੰ ਫਿਰ 100 'ਚ, ਕੱਲ੍ਹ ਨੂੰ ਫਿਰ ਉਹ ਵੀ ਗਿਣਤੀ ਘੱਟ ਜਾਣੀ, ਕਿਉਂਕਿ ਸਭ ਦੀਆਂ ਕਬੀਲਦਾਰੀਆਂ ਨੇ, ਸਭ ਨੇ ਆਪਣਾ ਵੀ ਘਰ ਦੇਖਣਾ, ਸਭ ਨੇ ਆਪਣੇ ਵੀ ਮਜਬੂਰੀਆਂ ਨੇ ਉਹਨਾਂ ਦੀਆਂ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਹੈ ਨਹੀਂ ਇੱਥੇ, ਮਤਲਬ ਨਹੀਂ, ਮਤਲਬ ਦੇ ਆਰ ਆਲ ਹੇਅਰ ਬਟ ਦੇਰ ਇਜ਼ ਓਨਲੀ ਸੋ ਮਚ ਦੇ ਕੈਨ ਡੂ, ਹੈ ਨਾ। ਉਹ ਬਹੁਤ ਇੱਕ ਸਭ ਦੀ ਆਪਣੀ ਲਿਮਿਟੇਸ਼ਨ ਹੁੰਦੀ ਹੈ, ਸਭ ਦੀ ਇੱਕ ਦਾਇਰਾ ਹੁੰਦਾ। ਫਿਰ ਵੀ ਉਹ ਵੱਧ ਕੇ ਵੀ ਕਰ ਰਹੇ ਨੇ, ਤਾਂ ਵੀ ਉਹਨਾਂ ਨੂੰ ਇੱਕ ਦਿਨ ਜਾਣਾ ਪੈਣਾ, ਆਪਣੀ ਕਬੀਲਦਾਰੀਆਂ ਸਾਂਭਣੀਆਂ ਪੈਣੀਆਂ। ਉਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਇਕੱਲਾ ਮਹਿਸੂਸ ਕਰਦਾ ਇਨਸਾਨ ਜਦੋਂ ਅਸੀਂ ਤਿੰਨੇ ਹੋਵਾਂਗੇ ਅਤੇ ਸਾਨੂੰ ਕੰਧਾਂ ਕੀ ਇਸ ਘਰ ਦੀ ਹਵਾ, ਆਬੋ ਹਵਾ ਵੀ ਖਾਣ ਨੂੰ ਪਊਗੀ। ਸੋ ਉਸ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਜਿਹੜੀ ਮਤਲਬ ਸਪੋਰਟ ਦੀ ਲੋੜ ਆ ਉਹ ਹੈ ਕਿ ਦੁਆਵਾਂ, ਤੁਹਾਡੇ ਸਾਰਿਆਂ ਦੀਆਂ ਦੁਆਵਾਂ, ਤੁਹਾਡੇ ਸਭ ਦੀ ਬੈਸਟ ਵਿਸ਼ੇਸ ਐਂਡ ਵੈਲ ਵਿਸ਼ੇਸ। ਅਲਾਪ ਅਸੀਂ ਇਹ ਬਹੁਤ ਘੱਟ ਦੇਖਿਆ ਜਾਂ ਦੇਖਿਆ ਹੀ ਨਹੀਂ ਹੈ ਕਿਤੇ ਕਿ ਕੋਈ ਮਾਲਕ ਆਪਣੇ ਘਰ ਕੰਮ ਕਰ ਰਿਹਾ ਜਿਨ੍ਹਾਂ ਨੂੰ ਅਸੀਂ ਨੌਕਰ ਕਹਿੰਦੇ। ਹਾਲਾਂਕਿ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ। ਤੁਸੀਂ ਆਪਣੇ ਪਰਿਵਾਰਾਂ ਵਾਂਗ ਜਾਂ ਪਰਿਵਾਰ ਦੇ ਮੈਂਬਰ ਵਾਂਗ ਰੱਖਿਆ। ਜਦੋਂ ਉਹਨਾਂ ਦੀਆਂ ਅੱਖਾਂ ਦੇ ਹੰਝੂ ਇਹ ਬਿਆਨ ਕਰ ਰਹੇ ਸੀ ਕਿ ਅਸੀਂ ਤਾਂ ਜਾਣਦੇ ਹੀ ਨਹੀਂ ਸੀ ਕਿ ਅਸੀਂ ਇੱਥੇ ਨੌਕਰੀ ਕਰ ਰਹੇ ਹਾਂ, ਕੰਮ ਕਰ ਰਹੇ ਹਾਂ ਜਾਂ ਸਾਡੇ ਆਪਣੇ ਮਾਂ-ਬਾਪ। ਹੁਣ ਵੀ ਸਾਡੇ ਕਿੱਥੇ ਜਿਹੜੇ ਕੋਈ ਜਿੰਨੇ ਵੀ EMPLOYEES ਨੇ ਕਰਦੇ, ਓਬਵੀਅਸਲੀ ਦੇਅਰ ਫੈਮਿਲੀ ਟੂ ਅਸ। ਕਿਉਂਕਿ ਜੇ ਉਹ ਨਾ ਹੁਣ ਸਾਡੇ ਘਰ ਦਾ ਉਹ ਦਾਰਮਦਾਰ ਉਵੇਂ ਨਾ ਚੱਲੇ ਜਿਵੇਂ ਚੱਲਣਾ ਚਾਹੀਦਾ, ਜਿਵੇਂ ਇਹ ਚਲਾ ਰਹੇ ਨੇ। ਮੈਂ ਐਂਟਰ ਕੀਤਾ ਸਾਡੇ ਇੱਥੇ ਬਾਬਾ ਜੀ ਨੇ, ਅਸੀਂ ਬਾਬਾ ਜੀ ਕਹਿੰਦੇ ਪਿਆਰ ਨਾਲ, ਹੀ ਡਜ਼ ਗਾਰਡਨਿੰਗ ਐਂਡ ਆਲ ਦੈਟ। ਇੱਥੇ ਉਹ ਹੱਥ ਜੋੜ ਕੇ ਮੇਰੇ ਵੱਲ ਅੱਖਾਂ ਬੰਦ ਕਰਕੇ ਰੋ ਰਹੇ ਸੀ। ਉਹਨਾਂ ਨੂੰ ਦਿਲੋਂ ਉਹਨਾਂ ਦਾ ਦਿਲ ਕਰਦਾ ਸੀ ਕਿ ਮੈਨੂੰ ਜੱਫੀ ਪਾ ਲੈਣ, ਬਟ ਉਹ ਮਜਬੂਰ ਸੀਗੇ ਕਿ ਉਹ ਕੰਮਕਾਰ 'ਚ ਬਿਜ਼ੀ ਹੋਏ ਸੀਗੇ, ਸਾਰੇ ਭੱਜ ਨੱਠ ਕਰ ਰਹੇ ਸੀ। ਬਟ ਉਹਨਾਂ ਦੀ ਅੱਖਾਂ 'ਚ ਹੰਝੂ, ਉਹਨਾਂ ਦੇ ਹੱਥ ਜੁੜੇ ਦੇਖ ਕੇ ਮਤਲਬ ਕਿਵੇਂ ਤੁਸੀਂ ਕਹਿ ਦੋਗੇ ਕਿ ਤੁਸੀਂ ਸਟੇਬਲ ਹੋ ਜਾਓਗੇ। ਇਕੱਲੇ ਦੀ ਸ਼ਕਲ ਯਾਦ ਆਉਂਦੀ ਹੈ, ਇਕੱਲੇ ਦਾ ਉਹ ਮਤਲਬ ਮੂਮੈਂਟ ਯਾਦ ਆਉਂਦਾ ਬੜਿਆਂ ਦੇ ਘਰ ਦੇ ਚੁੱਲ੍ਹੇ ਬਲਦੇ ਸੀ ਉਹਨਾਂ ਦੇ। ਬਿਲਕੁਲ, ਇਹ ਚੁੱਲ੍ਹੇ ਤਾਂ ਪਰਮਾਤਮਾ ਬਾਲਣ ਵਾਲਾ, ਪਰ ਇਹ ਖੁਸ਼ਕਿਸਮਤੀ ਇਹਨਾਂ ਦੀ ਇਹ ਸੀ ਕਿ ਜ਼ਰੀਆ ਪਾਪਾ ਨੂੰ ਮੰਨਿਆ। ਪਰਮਾਤਮਾ ਨੇ ਜ਼ਰੀਆ ਪਾਪਾ ਨੂੰ ਬਣਾਇਆ, ਕਿਉਂਕਿ ਦੇਖੋ ਕਰਨ ਕਰਾਉਣ ਵਾਲਾ ਤਾਂ ਆਪ ਹੀ ਹੈ, ਆਪ ਵੀ ਉਹਨੇ ਕੀਤਾ, ਸਾਂਭ ਵੀ ਆਪੇ ਲਊਗਾ। ਬਟ ਸਭ ਨੂੰ ਇੱਕ ਜ਼ਰੀਏ ਦੀ ਜ਼ਰੂਰਤ ਹੁੰਦੀ ਹੈ। ਪਰਮਾਤਮਾ ਨੂੰ ਇੱਕ ਜ਼ਰੀਆ ਚਾਹੀਦਾ ਹੁੰਦਾ ਜਿਹਦੇ ਥਰੂ ਉਹਨੂੰ ਰੱਬ ਦਾ ਬੰਦਾ ਕਹਿੰਦੇ ਆ। ਰੱਬ ਦਾ ਬੰਦਾ ਕਹਿੰਦੇ, ਜਿਵੇਂ ਉਹ ਹੀ ਵਾਸ ਡੈਫੀਨਿਟਲੀ ਰੱਬ ਦੇ ਬੰਦੇ। ਅਲਾਪ ਜਦੋਂ ਗੱਡੀ ਐਂਟਰ ਹੁੰਦੀ ਸੀ ਪਿੰਡ ਦੇ ਵਿੱਚ ਤਾਂ ਸਰਦੂਲ ਜੀ ਜੇ ਕਿਸੇ ਨੂੰ ਖੜਾ ਦੇਖ ਲੈਂਦੇ ਸੀ ਜਾਂ ਪੈਦਲ ਜਾਂਦਾ ਘਰ ਦੇਖ ਲੈਂਦੇ ਸੀ, ਗੱਡੀ ਰੋਕ ਕੇ ਉਹਨੂੰ ਬਿਠਾਉਣਾ ਤੇ ਘਰੇ ਛੱਡ ਕੇ ਆਉਣਾ। ਇਹੋ ਜਿਹੀ ਸ਼ਖਸੀਅਤਾਂ ਕਿੱਥੇ ਮਿਲਣੀਆਂ ਨੇ ਸਾਨੂੰ? ਮੈਨੂੰ ਨਹੀਂ ਲੱਗਦਾ ਜੀ ਕਿਤੇ ਮਿਲਣਗੀਆਂ। ਇਹ ਐਰਾ ਹੀ ਖਤਮ ਹੋ ਗਿਆ ਨਾ, ਉਹ ਜ਼ਮਾਨਾ ਖਤਮ ਹੋ ਗਿਆ ਐਡਾ। ਚਾਈਨੀਜ਼ ਲੋਕ ਨਾ ਇੱਕ ਬਦਦੁਆ ਦਿੰਦੇ ਹੁੰਦੇ ਆ, ਜਿਹੜੇ ਚਾਈਨੀਜ਼ ਕਲਚਰ ਦੇ ਵਿੱਚ, ਜਿਵੇਂ ਸਾਡੇ ਕਲਚਰ ਦੀਆਂ ਕੁਝ ਬਦਦੁਆਵਾਂ ਨੇ, ਤੇਰਾ ਬੇੜਾ ਬਹਿ ਜੇ, ਤੇਰਾ ਮਤਲਬ ਹਰ ਕਿਸੇ ਦੇ ਦੁੱਖ ਦੇ ਨਾਲ ਜਦੋਂ ਕਿਸੇ ਨੂੰ ਕੋਈ ਹਰਟ ਕਰਦਾ, ਕੋਈ ਦੁੱਖ ਪਹੁੰਚਾਉਂਦਾ, ਅਗਲੇ ਦੇ ਵਿੱਚੋਂ ਬਦਦੁਆ ਨਿਕਲਦੀ ਮੂੰਹ 'ਚੋਂ। ਸੋ ਚਾਈਨਾ ਦੇ ਜਿਹੜਾ ਕਲਚਰ ਹੈ, ਮਤਲਬ ਮੈਂ ਕਿਸੇ ਕੰਟਰੀ ਦੇ ਸਪੈਸੀਫਿਕ ਹੋ ਕੇ ਨਹੀਂ ਕਹਿ ਰਿਹਾ, ਮੈਂ ਇੱਕ ਸੱਭਿਅਤਾ ਦੇ ਸਪੈਸੀਫਿਕ ਹੋ ਕੇ ਕਹਿ ਰਿਹਾ। ਚਾਈਨੀਜ਼ ਕਲਚਰ ਦੇ ਵਿੱਚ ਇੱਕ ਬਦਦੁਆ ਹੈ ਕਿ ਜਾ ਤੇਰੇ ਬੱਚੇ ਬਦਲਦਾ ਹੋਇਆ ਜ਼ਮਾਨਾ ਵੇਖਣ। ਇਹ ਜ਼ਮਾਨਾ ਬਦਲ ਰਿਹਾ ਜਿਹੜਾ ਸਾਡੇ ਤੋਂ ਦੇਖਿਆ ਨਹੀਂ ਜਾ ਰਿਹਾ। ਸੋ ਇਹ ਬਦਲਦੇ ਹੋਏ ਜ਼ਮਾਨੇ ਨੂੰ ਬਰਦਾਸ਼ਤ ਕਰਨਾ ਕਿੰਨਾ ਔਖਾ ਹੋ ਸਕਦਾ, ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਸੋ ਐਰਾ ਬਦਲ ਰਿਹਾ ਜੀ, ਐਰਾ ਖਤਮ ਹੋ ਰਿਹਾ ਤੇ ਐਰਾ ਬਦਲ ਰਿਹਾ। ਹਾਂ, ਇਹ ਹੈ ਕਿ ਜਿਵੇਂ ਸਾਰੇ ਕਹਿ ਰਹੇ ਨੇ ਕਿ ਐਰਾ ਸ਼ਾਇਦ ਜ਼ਰੂਰ ਖਤਮ ਹੋ ਗਿਆ, ਬਟ ਉਹ ਜਿੰਨੀ ਉਹਨਾਂ ਦੀ ਜਾਇਦਾਦ ਛੱਡ ਕੇ ਗਏ ਨੇ ਗਾਇਕੀ ਦੀ ਪਿੱਛੇ, ਉਹ ਤਾਂ ਤਮਾਮ ਉਮਰ ਨਾਲ ਹੀ ਹੋ ਗਈ। ਉਹ ਖਤਮ ਨਹੀਂ ਹੋਊਗੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਾ ਹੀ ਹੋਵੇ। ਕੋਸ਼ਿਸ਼ ਹੀ ਕਰ ਸਕਦੇ ਹਾਂ ਵੀ ਅਸੀਂ ਨਾ ਹੀ ਹੋਵੇ, ਬਟ ਤੁਹਾਡੇ ਵਰਗੇ ਜ਼ਿੰਮੇਵਾਰ ਜਿਹੜੇ ਬੱਚੇ ਨੇ, ਮੈਨੂੰ ਨਹੀਂ ਲੱਗਦਾ ਕਿ ਕਦੀ ਆਪਣੇ ਜ਼ਿਹਨ 'ਚੋਂ ਇਹ ਕੱਢਣਗੇ ਕਿ ਮੈਂ ਆਪਣੇ ਪਿਤਾ ਦੀ ਲੈਗੇਸੀ ਨੂੰ, ਇਸ ਪ੍ਰਾਪਰਟੀ ਨੂੰ, ਇਹ ਖਜ਼ਾਨਾ ਹੈ ਜਿਹੜਾ ਉਹ ਤੁਹਾਨੂੰ ਸੌਂਪ ਕੇ ਗਏ ਨੇ, ਇਸ ਨੂੰ ਲੋਕਾਂ ਤੱਕ ਪਹੁੰਚਾਉਣਾ। ਦੇਖੋ, ਮੈਂ ਇਕੱਲਾ ਨਹੀਂ ਕਰ ਸਕਦਾ, ਬਿਲਕੁਲ ਵੀ ਨਹੀਂ ਕਰ ਸਕਦਾ। ਸਾਰੰਗ ਤੇ ਮੈਂ ਕਦੇ ਵੀ ਨਹੀਂ ਕਰ ਸਕਦਾ ਇਕੱਲੇ। ਇਹ ਜਿੰਨੀ ਇਹਨਾਂ ਦੀ ਸਪੋਰਟ ਆ ਸਭ ਦੀ, ਜਿੰਨਾ ਇਹਨਾਂ ਦਾ ਪਿਆਰ ਹੈ, ਜਿੰਨਾ ਸਾਰਿਆਂ ਦਾ ਹੌਸਲਾ ਸਾਡੇ ਨਾਲ, ਇਹੀ ਕਰਾ ਲੈਣਗੇ। ਤੁਸੀਂ ਸਾਰੇ ਕਰਾ ਲਓਗੇ, ਅਸੀਂ ਕਰ ਲਾਂਗੇ, ਸਾਡੇ ਇਕੱਲੇ ਤੋਂ ਤਾਂ ਹੋਣਾ ਨਹੀਂ। ਸੋ ਇਹ ਲੈਗੇਸੀ ਵੀ ਤੁਹਾਡੇ ਵਾਸਤੇ ਸੀ, ਇਹ ਲੈਗੇਸੀ ਵੀ ਤੁਸੀਂ ਬਣਾਈ ਹੈ, ਇਹ ਲੈਗੇਸੀ ਇਸ ਵਕਤ ਹੈ ਵੀ ਤੁਹਾਡੀ ਹੈ। ਅਸੀਂ ਸਿਰਫ ਇੱਕ ਜ਼ਰੀਆ ਹੈ ਤੁਹਾਡੇ ਤੱਕ ਪਹੁੰਚਾਉਣ ਦਾ। ਤੁਸੀਂ ਸਾਡੇ ਤੋਂ ਕਰਾ ਲਿਓ, ਅਦਰਵਾਈਜ਼ ਇਕੱਲੇ ਨਹੀਂ ਹੋਣੀ ਸਕਦੇ। ਬਿਲਕੁਲ, ਬਹੁਤ ਪਿਆਰ ਅਸੀਂ ਦੇਖਿਆ ਲੋਕਾਂ ਦਾ, ਬਹੁਤ ਦੁਆਵਾਂ ਤੁਹਾਡੇ ਲਈ। ਅੱਜ ਵੀ ਅੱਖਾਂ ਨਮ ਹੁੰਦੀਆਂ ਨੇ ਜਦੋਂ ਅਲਾਪ ਨੂੰ ਤੇ ਸਾਰੰਗ ਨੂੰ ਯਾਦ ਕਰਦੇ ਕਿ ਬੱਚਿਆਂ ਨਾਲੇ ਕੀ ਵਾਪਰ ਗਿਆ, ਅਮਰ ਨੂਰੀ ਜੀ ਦੇ ਨਾਲੇ ਕੀ ਵਾਪਰ ਗਿਆ, ਤਾਂ ਅੱਖਾਂ ਦੇ ਵਿੱਚੋਂ ਹੰਝੂ ਬਿਆਨ ਕਰ ਦਿੰਦੇ ਨੇ ਕਿ ਕਿੰਨਾ ਪਿਆਰ ਖੱਟਿਆ ਤੁਹਾਡੇ ਪਰਿਵਾਰ ਨੇ। ਇਹ ਸਿਚੁਏਸ਼ਨ ਇੱਦਾਂ ਦੀ ਹੈ ਜੀ ਕਿ ਹੁਣ ਸਾਡੇ ਨਾਲੋਂ ਜ਼ਿਆਦਾ ਤਾਂ ਹੱਕ ਇਹਨਾਂ ਦਾ ਸਭ ਦਾ।
ਮੈਂ ਤੇ ਬਾਰ-ਬਾਰ ਗੱਲ ਕਹਿ ਚੁੱਕਿਆ ਕਿ ਸਾਡੇ ਨਾਲੋਂ ਜ਼ਿਆਦਾ ਹੱਕ ਦੁਨੀਆ ਦਾ, ਕਿਉਂਕਿ ਦੁਨੀਆ ਨੇ ਸਾਡੇ ਤੋਂ ਪਹਿਲਾਂ ਹੀ ਬਣਾਇਆ, ਦੁਨੀਆ ਦਾ ਸਭ ਤੋਂ ਜ਼ਿਆਦਾ ਹੱਕ ਹੈ। ਸੋ ਉਹਨਾਂ ਦੀਆਂ ਅੱਖਾਂ ਸਾਡੇ ਵਾਸਤੇ ਇਕੱਲਿਆਂ ਵਾਸਤੇ ਕੀ, ਪੂਰੀ ਕਾਇਨਾਤ ਦੀਆਂ ਅੱਖਾਂ ਇਸ ਗੱਲ ਕਰਕੇ ਨਮ ਨੇ ਕਿ ਸਾਡਾ ਆਪਦਾ ਚਲੇ ਗਿਆ, ਸਾਡਾ ਆਪਣਾ ਚਲੇ ਗਿਆ। ਸੋ ਦੈਟ ਰੀਲੀ ਅਫੈਕਟਸ ਐਵਰੀਬਾਡੀ ਪਰਸਨਲੀ, ਸਾਰਿਆਂ ਦਾ ਪਰਸਨਲ ਲਾਸ ਹੈ। ਅਲਾ ਬਚਪਨ ਜ਼ਿਆਦਾ ਯਾਦ ਆਉਂਦਾ ਹੈ ਜਦੋਂ ਪਿਤਾ ਨੇ ਤੁਰਨਾ ਸਿਖਾਇਆ ਸੀ ਉਂਗਲ ਫੜ ਕੇ, ਜਦੋਂ ਡਿੱਗੇ ਹੋ ਚੁੱਕਿਆ। ਗੱਲਾਂ ਭੁੱਲ ਹੀ ਨਹੀਂ ਸਕਦੇ, ਤੁਹਾਨੂੰ ਦੱਸਿਆ ਮੈਂ ਵੀ ਮੈਮਰੀ ਤਾਂ ਕੋਈ ਵੀ ਨਹੀਂ ਭੁੱਲ ਸਕਦੇ। ਮਤਲਬ ਕੋਈ ਐਸੀ ਮੈਮਰੀ ਹੈ ਹੀ ਨਹੀਂ ਜਿਹਨੂੰ ਮੈਂ ਕਹਾਂ ਵੀ ਹਾਂ ਐਡੀ ਆਹ ਖਾਸ ਨਹੀਂ, ਆਹ ਖਾਸ ਹੈ। ਇੱਦਾਂ ਦਾ ਕਦੇ ਵੀ ਕੋਈ ਐਸਾ ਮੰਜ਼ਰ ਨਹੀਂ ਸੀ ਜਿੱਥੇ ਜਿਹੜੀ ਮਤਲਬ ਐਸੀ ਕੋਈ ਹੈ ਹੀ ਨਹੀਂ ਮੈਮਰੀ ਜਿਹੜੀ ਭੁੱਲਣ ਵਾਲੀ ਹੋਵੇ। ਪਰ ਕੋਈ ਇਦਾਂ ਦੀ ਮੈਮਰੀ ਜਿਹੜੀ ਸਾਂਝੀ ਐਵਰੀ ਬਿਟ ਆਫ ਮੈਮਰੀ, ਆਈ ਡੋਂਟ ਥਿੰਕ ਕਿ ਮੈਂ ਬਾਇਸ ਹੋ ਕੇ ਕਿਸੇ ਇੱਕ ਮੈਮਰੀ ਨੂੰ ਦੂਸਰੀ ਨੂੰ ਉਹ ਕਰ ਦੇਵਾਂ, ਹੈ ਨਾ। ਆਈ ਡੋਂਟ ਥਿੰਕ ਕਿ ਇੱਕ ਵੀ ਇੱਦਾਂ ਦੀ ਕੋਈ ਮੈਮਰੀ ਹੈ ਜਿਹਨੂੰ ਮੈਂ ਇਹ ਕਹਿ ਸਕਾਂ ਕਿ ਦਿਸ ਇਜ਼ ਵਰਥ ਮੈਂਸ਼ਨਿੰਗ, ਦਿਸ ਇਜ਼ ਨੋਟ। ਜਾਂ ਜਦੋਂ ਪਹਿਲੀ ਵਾਰ ਤੁਸੀਂ ਸੰਗੀਤ ਦੇ ਨਾਲ ਜੁੜੇ ਸੀ? ਬਚਪਨ ਤੋਂ ਹੀ ਹੈ ਜੀ। ਮੈਨੂੰ ਯਾਦ ਨਹੀਂ ਹੈਗਾ ਮੈਨੂੰ ਕਦੋਂ ਤੱਕ ਗਾਉਣਾ ਯਾਦ ਹੈ। ਆਈ ਡੋਂਟ ਰਿਮੈਂਬਰ ਵੈਨ ਆਈ ਸਟਾਰਟਡ ਸਿੰਗਿੰਗ। ਮੈਂ ਇਹੀ ਕਹਿ ਸਕਦਾ ਕਿ ਆਈ ਡੋਂਟ ਰਿਮੈਂਬਰ ਮੈਂ ਗਾਣਾ ਕਦੋਂ ਸ਼ੁਰੂ ਕੀਤਾ, ਮੈਂ ਉਦੋਂ ਦਾ ਗਾ ਰਿਹਾ। ਕਿਉਂ? ਬਿਕਾਜ਼ ਐਡਾ ਸਿਰ 'ਤੇ ਤਾਜ ਸਾਡੇ ਬਾਪ ਸਾਡੇ ਸਿਰ 'ਤੇ ਸੀਗੇ। ਆਈ ਮੀਨ ਹੀ ਇਜ਼ ਨਾਟ ਹੇਅਰ, ਇਟਸ ਨਾਟ ਐਨ ਈਜ਼ੀ, ਇਟਸ ਨਾਟ ਗੋਇੰ ਟੂ ਬੀ ਐਨ ਈਜ਼ੀ ਰੋਡ। ਸੋ ਹਿੰਮਤ, ਬਹੁਤ ਪਰਮਾਤਮਾ ਤੁਹਾਨੂੰ ਹਿੰਮਤ ਦੇਵੇ ਅਲਾਪ। ਤੁਸੀਂ ਆਪਣੇ ਪਰਿਵਾਰ ਨੂੰ ਜਿੱਦਾਂ ਸਾਂਭ ਰਹੇ ਹੋ ਇੱਦਾਂ ਹੀ ਸਾਂਭੋ, ਇੱਦਾਂ ਹੀ ਸਾਂਭ ਕੇ ਰੱਖੋ ਤੇ ਇਸ ਲੈਗੇਸੀ ਨੂੰ ਅੱਗੇ ਲੈ ਕੇ ਜਾਓ। ਜਿਹੜਾ ਤਾਜ ਤੁਹਾਡੇ ਪਿਤਾ ਦੇ ਸਿਰ ਤੇ ਲੋਕਾਂ ਨੇ ਪਾਇਆ ਸੀ, ਉਹ ਤਾਜ ਹੁਣ ਤੁਹਾਡੇ ਸਿਰ ਤੇ ਪਏ, ਸਾਰੰਗ ਦੇ ਸਿਰ ਤੇ ਪਏ। ਅਸੀਂ ਤੁਹਾਡੇ ਤੋਂ ਵੀ ਉਹੀ ਉਮੀਦਾਂ ਤੇ ਤੁਹਾਡੇ ਨਾਲ ਵੀ ਉਹੀ ਪਿਆਰ, ਉਹੀ ਦੁਆਵਾਂ ਜੁੜਨਗੀਆਂ। ਥੈਂਕ ਯੂ ਸੋ ਮਚ ਜੀ। ਉਹ ਤਾਜ ਤਾਂ ਉਹਨਾਂ ਦਾ ਸੀਗਾ, ਉਹ ਨਾਲ ਹੀ ਲੈ ਕੇ ਗਏ ਆ, ਬਟ ਇਹ ਹੈ ਕਿ ਬਸ ਉਹ ਐਕਸੈਪਟੈਂਸ ਮਿਲ ਜਾਵੇ ਬਹੁਤ ਹੈ ਸਾਨੂੰ। ਇੰਨਾ ਕੀ ਐਕਸੈਪਟ ਕਰ ਲੈਣ ਸਾਰੇ ਕਿ ਹਾਂ ਉਹ ਠੀਕ ਨੇ, ਉਹਨਾਂ ਦੇ ਰਾਹ 'ਤੇ ਤੁਰੇ ਹੋਏ ਨੇ, ਕਿਉਂਕਿ ਉੱਥੇ ਪਹੁੰਚਣਾ ਤਾਂ ਇੰਪੋਸੀਬਲ ਹੈ, ਉਹਨਾਂ ਦੇ ਰਾਹ 'ਤੇ ਤੁਰਨਾ ਹੋਰ ਵੀ ਮੁਸ਼ਕਿਲ ਹੈ। ਬਟ ਇੰਨੀ ਕੁ ਇੰਟੈਂਸ਼ਨ ਕਰ ਲੈਣੀ ਕਿ ਅਸੀਂ ਉਹਨਾਂ ਦੇ ਰਾਹ 'ਤੇ ਚੱਲਾਂਗੇ। ਇਹ ਤੁਹਾਡਾ ਬੜਾਪਨ ਨਹੀਂ, ਇਹ ਮਤਲਬ ਸਾਡੀ ਕੋਸ਼ਿਸ਼ ਹੈ ਜੀ। ਬੜਾਪਨ ਤਾਂ ਮੈਂ ਕਹਿ ਨਹੀਂ ਸਕਦਾ, ਸਾਡੀ ਕੋਸ਼ਿਸ਼ ਹੈ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ, ਤੁਸੀਂ ਐਕਸੈਪਟ ਕਰਦੇ ਰਹੋ, ਬਸ ਦੈਟਸ ਆਲ ਆਈ ਵਾਂਟ ਟੂ ਸੇ। ਬਿਲਕੁਲ, ਸਾਨੂੰ ਪੂਰੀ ਉਮੀਦ ਹੈ। ਸਾਨੂੰ ਪਤਾ ਹੈ ਕਿ ਆਮ ਲੋਕ ਕਿੰਨਾ ਪਿਆਰ ਇਸ ਪਰਿਵਾਰ ਨੂੰ ਕਰਦੇ ਨੇ, ਸਰਦੂਲ ਸਿਕੰਦਰ ਜੀ ਨੂੰ। ਚਾਹੇ ਉਹ ਅੱਜ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ, ਪਰ ਅਸੀਂ ਇਹ ਜਾਣਦੇ ਹਾਂ ਕਿ ਉਹਨਾਂ ਦੀ ਰੂਹ ਕਿਤੇ ਨਾ ਕਿਤੇ ਸਾਨੂੰ ਦੇਖ ਰਹੀ ਹੈ, ਉਹ ਸਾਨੂੰ ਦੇਖ ਰਹੇ ਨੇ, ਤੁਹਾਨੂੰ ਦੇਖ ਰਹੇ ਨੇ। ਤੇ ਉਹ ਦੁਆਵਾਂ, ਪਰਮਾਤਮਾ ਹਮੇਸ਼ਾ ਤੁਹਾਨੂੰ ਹਿੰਮਤ ਦੇਵੇ, ਲੋਕਾਂ ਦੀਆਂ ਦੁਆਵਾਂ ਸਦਾ ਤੁਹਾਡੇ ਨਾਲ ਰਹਿਣ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਉਹਨਾਂ ਬੁਲੰਦੀਆਂ ਤੇ ਪਹੁੰਚਦਾ ਦੇਖੀਏ ਜਿੱਥੇ ਅਸੀਂ ਸਰਦੂਲ ਜੀ ਨੂੰ ਦੇਖਿਆ। ਬਹੁਤ ਧੰਨਵਾਦ, ਅੱਜ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ। ਕੈਮਰਾਮੈਨ ਰਾਜਵਿੰਦਰ ਟੋਨੀ ਤੇ ਸਹਿਯੋਗੀ ਲੱਕੀ ਅਤੇ ਦੇਸਰਾਜ ਦੇ ਨਾਲ ਡੇਲੀ ਪੋਸਟ ਪੰਜਾਬੀ, ਰੌਣੀ।